ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਕਮੇਟੀ ਐਕਟ ਨੂੰ ਰੱਦ ਕਰਨ ਦਾ ਮਤਾ ਕੀਤਾ ਪਾਸ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਹਥਿਆਉਣਾ ਹਰਿਆਣਾ ਸਰਕਾਰ ਦੀ ਵੱਡੀ ਗਲਤੀ। ਅੱਜ 11 ਵਜੇ ਬਹਿਬਲ ਕਲਾਂ ਇਨਸਾਫ ਮੋਰਚੇ ਤੇ ਸ਼ੁਰੂ ਹੋਵੇਗਾ ਸ਼ੁਕਰਾਨਾ ਸਮਾਗਮ। ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਸੰਗਤ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ। ਭਾਈ ਅੰਮ੍ਰਿਤਪਾਲ ਸਿੰਘ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਕਾਰ ਹੋਈ ਬੰਦ ਕਮਰਾ ਬੈਠਕ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ, ਕੌਮੀ ਮਸਲਿਆਂ ਅਤੇ ਸਿੱਖ ਨੌਜਵਾਨੀ ਦੇ ਬਾਬਤ ਹੋਈ ਵਿਚਾਰ ਚਰਚਾ। ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਦੀ ਸਿੱਧੀ ਉਡਾਨ 6 ਅਪ੍ਰੈਲ ਤੋਂ ਹੋਵੇਗੀ ਸ਼ੁਰੂ। ਹਰ ਵੀਰਵਾਰ ਸਵੇਰ 3:15 ਵਜੇ ਸ੍ਰੀ ਗੁਰੂ ਅਮਰਦਾਸ ਜੀ ਹਵਾਈ ਅੱਡੇ ਤੋਂ ਫਲਾਈਟ ਹੋਵੇਗੀ ਰਵਾਨਾ। ਪਹਿਲੀ ਖਬਰ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਨਾਲ ਜੁੜੀ ਹੋਈ ਹੈ, ਜਿੱਥੇ ਇੱਕ ਪਾਸੇ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਚਕਾਰ ਸ਼ਬਦੀ ਜੰਗ ਘਟੀ ਹੈ, ਉੱਥੇ ਹੀ ਕੁਝ ਨਾ ਕੁਝ ਖਟਾਸ ਜਿਹੜੀ ਹੈ ਸ਼ਬਦਾਂ ਦੇ ਵਿੱਚ ਜ਼ਾਹਿਰ ਤੌਰ ਤੇ ਪ੍ਰਗਟਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ੁਰੂ ਹੋਏ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਪਹਿਲੇ ਦਿਨ ਹੀ ਹੰਗਾਮਾ ਸ਼ੁਰੂ ਹੋ ਗਿਆ। ਇਹ ਹੰਗਾਮਾ ਉਸ ਵਕਤ ਹੋਇਆ ਜਦ ਰਾਜਪਾਲ ਵੱਲੋਂ ਬੋਲੇ ਜਾ ਰਹੇ ਭਾਸ਼ਣ ਦੇ ਵਿੱਚ ਮੇਰੀ ਸਰਕਾਰ ਸ਼ਬਦ ਦੇ ਨਾਲ ਸੰਬੋਧਿਤ ਹੋਇਆ ਗਿਆ। ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਮੇਰੀ ਸਰਕਾਰ ਆਖੇ ਜਾਣ ਤੇ ਵਿਰੋਧੀ ਧਿਰ ਨੇ ਸਵਾਲ ਚੁੱਕੇ। ਉਹਨਾਂ ਵੱਲੋਂ ਆਖਿਆ ਗਿਆ ਕਿ ਜਦ ਪੰਜਾਬ ਸਰਕਾਰ ਰਾਜਪਾਲ ਦੇ ਸਵਾਲਾਂ ਦਾ ਜਵਾਬ ਹੀ ਨਹੀਂ ਦਿੰਦੀ, ਪੰਜਾਬ ਸਰਕਾਰ ਰਾਜਪਾਲ ਨੂੰ ਸਿਲੈਕਟਡ ਮੰਨਦੀ ਹੈ ਅਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਹਨਾਂ ਵੱਲੋਂ, ਤਾਂ ਕਿਸ ਆਧਾਰ ਤੇ ਰਾਜਪਾਲ ਵੱਲੋਂ ਉਹਨਾਂ ਨੂੰ ਮੇਰੀ ਸਰਕਾਰ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਕਿ ਰਾਜਪਾਲ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਰੁਕ ਕੇ ਆਪਣੇ ਸ਼ਬਦ ਨੂੰ ਬਦਲਿਆ ਗਿਆ। ਉਹਨਾਂ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਪਣੇ ਭਾਸ਼ਣ ਦੇ ਵਿੱਚ ਮੇਰੀ ਸਰਕਾਰ ਦੀ ਜਗ੍ਹਾ ਸਰਕਾਰ ਜਿਹੜਾ ਸ਼ਬਦ ਹੈ ਉਸ ਦਾ ਇਸਤੇਮਾਲ ਕਰਨ ਦੀ ਗੱਲ ਆਖੀ ਗਈ, ਪਰ ਜਿਸ ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਖਫਾ ਹੋ ਗਏ। ਉਹਨਾਂ ਵੱਲੋਂ ਆਖਿਆ ਗਿਆ ਕਿ ਜਦ ਕੈਬਨਿਟ ਵੱਲੋਂ ਮਨਜ਼ੂਰ ਕੀਤਾ ਗਿਆ ਹੈ ਭਾਸ਼ਣ, ਤਾਂ ਉਸ ਦੇ ਵਿੱਚ ਜੋ ਵੀ ਲਿਖਿਆ ਹੋਇਆ ਹੈ ਉਸ ਨੂੰ ਹੀ ਰਾਜਪਾਲ ਵੱਲੋਂ ਪੜ੍ਹਿਆ ਜਾਣਾ ਚਾਹੀਦਾ ਹੈ। ਜਿਸ ਮੌਕੇ ਤੇ ਰਾਜਪਾਲ ਵੱਲੋਂ ਵੀ ਤਲਖੀ ਭਰੇ ਸ਼ਬਦਾਂ ਦੇ ਵਿੱਚ ਆਪਣਾ ਜਵਾਬ ਜਿਹੜਾ ਹੈ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਕਾਰ ਤਿੱਖੀ ਸ਼ਬਦੀ ਜੰਗ ਦੇਖਣ ਨੂੰ ਮਿਲੀ ਹੈ। ਹਾਲਾਂਕਿ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਮਸਲਾ ਪਹੁੰਚਦਾ ਹੈ। ਸੁਪਰੀਮ ਕੋਰਟ ਵੱਲੋਂ ਦੋਹਾਂ ਧਿਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ। ਜਦ ਇੱਕ ਪਾਸੇ ਰਾਜਪਾਲ ਨੂੰ ਆਖਿਆ ਜਾਂਦਾ ਹੈ ਕਿ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਤੋਂ ਨਹੀਂ ਰੋਕ ਸਕਦੇ, ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਮੁੱਖ ਮੰਤਰੀ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਰਾਜਪਾਲ ਵੱਲੋਂ ਪੁੱਛੇ ਜਾਂਦੇ ਸਵਾਲਾਂ ਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ। ਉਹ ਜਵਾਬਦੇਹ ਨੇ, ਉਹ ਇਸ ਤਰ੍ਹਾਂ ਮਨਾ ਨਹੀਂ ਕਰ ਸਕਦੇ। ਪਰ ਇਸ ਵਾਰ ਦੇ ਬਜਟ ਸੈਸ਼ਨ ਨੂੰ ਲੈ ਕੇ ਇਹ ਵੀ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਸਨ ਕਿ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਆਮੋ ਸਾਹਮਣੇ ਮੁੱਖ ਮੰਤਰੀ ਅਤੇ ਜਿਹੜੇ ਰਾਜਪਾਲ ਨੇ ਉਹ ਨਜ਼ਰ ਆਉਂਦੇ ਨੇ। ਪਰ ਇਸ ਵਾਰ ਇਹ ਵੀ ਦੇਖਣ ਨੂੰ ਮਿਲਿਆ ਕਿ ਸਵਾਗਤ ਜਿਹੜਾ ਹੈ ਉਹ ਬੜੀ ਗਰਮਜੋਸ਼ੀ ਦੇ ਨਾਲ ਪੰਜਾਬ ਸਰਕਾਰ ਵੱਲੋਂ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕੈਬਨਿਟ ਦੇ ਵਜ਼ੀਰਾਂ ਦੇ ਨਾਲ ਰਾਜਪਾਲ ਦਾ ਸਵਾਗਤ ਕਰਨ ਪਹੁੰਚੇ, ਉਹ ਦੇਖਣ ਨੂੰ ਮਿਲਿਆ। ਪਰ ਦੂਸਰੇ ਪਾਸੇ ਵਿਧਾਨ ਸਭਾ ਦੇ ਅੰਦਰ ਆਪਣੇ ਭਾਸ਼ਣ ਦੇ ਅਖੀਰ ਦੇ ਵਿੱਚ ਰਾਜਪਾਲ ਵੱਲੋਂ ਜੋ ਨਸੀਹਤ ਦੇ ਦਿੱਤੀ ਗਈ, ਉਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਨਾਰਾਜ਼ਗੀ ਮਨ ਦੇ ਵਿੱਚ ਜ਼ਰੂਰ ਹੈ। ਇਸ ਮੌਕੇ ਤੇ ਰਾਜਪਾਲ ਵੱਲੋਂ ਆਖਿਆ ਗਿਆ ਕਿ ਦੋਹਾਂ ਧਿਰਾਂ ਨੂੰ ਵਿਧਾਨ ਸਭਾ ਦੇ ਵਿੱਚ ਸਾਰਿਆਂ ਨੂੰ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਜਿਹੜਾ ਨਿਯਮਿਤ ਢੰਗ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਰਾਜਪਾਲ ਵੱਲੋਂ ਆਖਿਆ ਗਿਆ ਕਿ ਦੋਹਾਂ ਧਿਰਾਂ ਨੂੰ ਸੰਭਾਲਣਾ ਚਾਹੀਦਾ ਹੈ। ਉਹਨਾਂ ਵੱਲੋਂ ਆਖਿਆ ਗਿਆ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਥਾਂ ਤੇ ਇੱਕ ਦੂਜੇ ਦਾ ਸਤਿਕਾਰ ਕੀਤਾ ਜਾਵੇ ਅਤੇ ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਦੋਹਾਂ ਧਿਰਾਂ ਉਹਨਾਂ ਦੀ ਸਲਾਹ ਦੀ ਪਾਲਣਾ ਕਰਨਗੀਆਂ। ਗੁੱਝੇ ਤਰੀਕੇ ਦੇ ਨਾਲ ਬਿਨਾਂ ਭਗਵੰਤ ਸਿੰਘ ਮਾਨ ਦਾ ਨਾਮ ਲਏ ਉਹਨਾਂ ਇਹ ਵੀ ਆਖ ਦਿੱਤਾ ਕਿ ਜੇ ਤੁਹਾਡੇ 'ਚ ਖਰਾਬ ਆਦਤਾਂ ਵੀ ਨੇ ਤਾਂ ਉਹਨਾਂ ਨੂੰ ਵੀ ਦੋਸਤਾਂ ਦੇ ਨਾਲ ਸਾਂਝਾ ਕਰੋ, ਫੇਰ ਹੀ ਉਹ ਤੁਹਾਨੂੰ ਰੋਕ ਪਾਉਣਗੇ। ਤਾਂ ਠੰਡੀ ਜੰਗ ਦੇ ਦਰਮਿਆਨ ਆਪਣੇ ਗੁੱਝੇ ਤਰੀਕੇ ਨਾਲ ਰਾਜਪਾਲ ਵੱਲੋਂ ਮੁੱਖ ਮੰਤਰੀ ਨੂੰ ਨਸੀਹਤ ਵੀ ਦੇ ਦਿੱਤੀ ਗਈ ਹੈ ਅਤੇ ਇਸ ਮੌਕੇ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਾਰ-ਬਾਰ ਰਾਜਪਾਲ ਦੇ ਭਾਸ਼ਣ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਰਹੇ ਅਤੇ ਕਾਂਗਰਸ ਪਾਰਟੀ ਵੱਲੋਂ ਸਦਨ ਤੋਂ ਵਾਕਆਊਟ ਵੀ ਕਰ ਦਿੱਤਾ ਗਿਆ। ਉਹਨਾਂ ਵੱਲੋਂ ਆਖਿਆ ਗਿਆ ਕਿ ਰਾਜਪਾਲ ਵੱਲੋਂ ਮੇਰੀ ਸਰਕਾਰ ਸ਼ਬਦ ਨਾਲ ਸੰਬੋਧਿਤ ਹੋਇਆ ਗਿਆ ਹੈ, ਪਰ ਪੰਜਾਬ ਸਰਕਾਰ ਤਾਂ ਉਹਨਾਂ ਨੂੰ ਮੰਨਦੀ ਹੀ ਨਹੀਂ ਅਤੇ ਫਿਰ ਕਿਸ ਆਧਾਰ ਤੇ ਉਹਨਾਂ ਵੱਲੋਂ ਮੇਰੀ ਸਰਕਾਰ ਸ਼ਬਦ
ਵਰਤਿਆ ਗਿਆ ਹੈ। ਉਹਨਾਂ ਵੱਲੋਂ ਆਖਿਆ ਗਿਆ ਕਿ ਨਾ ਤਾਂ ਪੰਜਾਬ ਸਰਕਾਰ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਹੈ ਤੇ ਨਾ ਹੀ ਜਦ ਹੁਣ ਵਿਧਾਨ ਸਭਾ ਦੇ ਅੰਦਰ ਉਹਨਾਂ ਸਵਾਲ ਉਠਾਇਆ ਕਿ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਦਾ ਜਵਾਬ ਦੇਣਗੇ, ਉਸ ਬਾਬਤ ਵੀ ਮੁੱਖ ਮੰਤਰੀ ਵੱਲੋਂ ਕੋਈ ਵੀ ਜਵਾਬ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਾਰੇ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਉਸ ਮੌਕੇ ਤੇ ਮੌਕਾ ਸੰਭਾਲ ਸਕਦੇ ਸਰ, ਪਰ ਉਹਨਾਂ ਵੱਲੋਂ ਕੋਈ ਵੀ ਜਾਇਜ਼ ਢੰਗ ਨਾਲ ਜਿਹੜਾ ਜਵਾਬ ਹੈ ਉਹ ਨਹੀਂ ਦਿੱਤਾ ਗਿਆ। ਸਗੋਂ ਇੱਕ ਪਾਸੇ ਵਿਰੋਧੀ ਧਿਰ ਦੀ ਨਾਰਾਜ਼ਗੀ, ਦੂਸਰੇ ਪਾਸੇ ਰਾਜਪਾਲ ਵੱਲੋਂ ਗੁੱਝੇ ਤਰੀਕੇ ਨਾਲ ਆਪਣੀ ਤਲਖੀ ਦਾ ਪ੍ਰਗਟਾਵਾ ਤੇ ਤੀਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜਿਹੜੇ ਖਫਾ ਹੁੰਦੇ ਹੋਏ ਜਵਾਬ ਨੇ ਜਿਹੜੇ ਉਹ ਇਸ ਵਾਰ ਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਨਜ਼ਰ ਆਏ ਨੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਹੈ ਤੇ ਹੁਣ ਸੋਮਵਾਰ ਨੂੰ ਦੁਬਾਰਾ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ। ਰਾਜਪਾਲ ਦੇ ਭਾਸ਼ਣ ਦੇ ਨਾਲ ਪਹਿਲੇ ਦਿਨ ਹੀ ਹੰਗਾਮੇ ਭਰਪੂਰ ਸ਼ੁਰੂਆਤ ਤੋਂ ਬਾਅਦ ਅਗਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਰੋਧੀ ਧਿਰ ਕਿਸ ਤਰ੍ਹਾਂ ਸਵਾਲ ਉਠਾਉਂਦੀ ਹੈ, ਸਰਕਾਰ ਵੱਲੋਂ ਕਿਸ ਤਰ੍ਹਾਂ ਆਪਣੇ ਪੱਖ ਪੇਸ਼ ਕੀਤੇ ਜਾਂਦੇ ਨੇ। ਹਾਲਾਂਕਿ ਇਸ ਵਾਰ ਦੀ ਵਿਧਾਨ ਸਭਾ ਦੀ ਕਾਰਵਾਈ ਦੇ ਬਾਬਤ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਰਾਜਪਾਲ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਆਪਣੇ ਭਾਸ਼ਣ ਦੇ ਵਿੱਚ ਗਿਣਾਈਆਂ ਗਈਆਂ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਲੀਨਿਕਾਂ, ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਅਤੇ ਸਕੂਲਸ ਆਫ ਐਮੀਨੈਂਸ ਦਾ ਵੀ ਜ਼ਿਕਰ ਕੀਤਾ ਗਿਆ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੀਤੀਆਂ ਜਾਂਦੀਆਂ ਕਾਰਵਾਈਆਂ ਦਾ ਜ਼ਿਕਰ ਵੀ ਇਸ ਭਾਸ਼ਣ ਦੇ ਵਿੱਚ ਹੋਇਆ ਹੈ। ਦੱਸੀਏ ਕਿ ਇਹ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਨਜ਼ਰ ਆਇਆ ਕਿ ਰਾਜਪਾਲ ਵੱਲੋਂ ਆਪਣੀ ਰਵਾਇਤ ਤੋਂ ਲਾਂਭਾ ਹੋਇਆ ਗਿਆ। ਉਹਨਾਂ ਵੱਲੋਂ ਆਪਣੇ ਭਾਸ਼ਣ ਨੂੰ ਰੋਕਿਆ ਗਿਆ, ਭਾਸ਼ਣ ਦੇ ਵਿੱਚ ਤਬਦੀਲੀ ਕੀਤੀ ਗਈ, ਨਾਲ ਉਹ ਵਿਰੋਧੀ ਧਿਰ ਦਾ ਜਵਾਬ ਵੀ ਦਿੰਦੇ ਹੋਏ ਨਜ਼ਰ ਆਏ। ਹੁਣ ਦੇਖਣਾ ਹੋਵੇਗਾ ਕਿ ਅਗਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਵਿਧਾਨ ਸਭਾ ਦੇ ਵਿੱਚ ਰਹਿੰਦੀ ਹੈ। ਇਸ ਮੌਕੇ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਸ ਤਿੱਖੇ ਢੰਗ ਦੇ ਨਾਲ ਸਾਰੀ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਆਓ ਸੁਣਾਉਂਦੇ ਹਾਂ। ਅਸੀਂ ਕਿਹਾ ਜੀ ਹੁਣ ਚੀਫ ਮਿਨਿਸਟਰ ਪੰਜਾਬ ਮਾਨ ਸਾਹਿਬ ਇਹ ਤੇ ਫਲੋਰ ਆਫ ਦੀ ਹਾਊਸ ਤੇ ਹੁਣੇ ਐਕਸੈਪਟ ਕਰ ਜਾਣ ਕਿ ਮੈਂ ਤੁਹਾਨੂੰ ਜਵਾਬ ਕਰਨਾ, ਕਿਉਂਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹੀ ਦੋਨਾਂ ਨੂੰ ਇਹ ਗੱਲ ਕਹੀ ਜਿਹੜੀ ਕੱਲ ਦੀ ਬੜੀ ਵੱਡੀਆਂ ਸੈਲੀਬ੍ਰੇਸ਼ਨਸ ਕਰਦੇ ਫਿਰਦੇ ਨੇ ਆਪ ਦੀ ਸਰਕਾਰ ਵਾਲੇ, ਇਹਨਾਂ ਦਾ ਦੋਨੋਂ ਕੰਨ ਜ਼ੋਰ ਨਾਲ ਪੁੱਟੇ ਨੇ ਸੁਪਰੀਮ ਕੋਰਟ। ਉਹਨਾਂ ਨੇ ਕਿਹਾ 167 ਦੇ ਅਧੀਨ ਤੁਹਾਨੂੰ ਗਵਰਨਰ ਦਾ ਕਨਸਟੀਟਿਊਸ਼ਨਲ ਅਥਾਰਟੀ ਹਰ ਜਿਹੜੀ ਗੱਲ ਦਾ ਜਵਾਬ ਮੰਗਦੇ ਤੁਹਾਨੂੰ ਜਵਾਬ ਦੇਣਾ ਪਏਗਾ ਕਨਸਟੀਟਿਊਸ਼ਨ। ਅਸੀਂ ਗੱਲ ਕਹੀ ਜੀ ਇਹਨਾਂ ਨੂੰ ਕਹੋ ਮਾਨ ਸਾਹਿਬ ਨੂੰ ਕਿ ਤੁਹਾਨੂੰ ਇੱਥੇ ਕਬੂਲ ਕਰਨ ਕਿ ਤੁਸੀਂ ਗਵਰਨਰ ਹੈ। ਨੰਬਰ 2 ਤੁਹਾਡੇ ਜਿਹੜੇ ਕੰਸਰਨਸ ਨੇ ਉਹਨਾਂ ਨੂੰ ਐਡਰੈਸ ਕਰਨਗੇ। ਮਾਨ ਫੇਰ ਉੱਠ ਕੇ ਜਵਾਬ ਦੇਣ ਤੋਂ ਰਿਹਾ। ਅਸੀਂ ਕਿਹਾ ਕਿ ਜੇ ਤੁਸੀਂ ਜਵਾਬ ਹੀ ਨਹੀਂ ਮੰਗਦੇ, ਇੱਕ ਮੁੰਡਾ ਆਪਣੇ ਬਾਪ ਦੀ ਹੋਂਦ ਨੂੰ ਹੀ ਕਬੂਲ ਨਹੀਂ ਕਰਦਾ, ਫਿਰ ਬਾਪ ਨੂੰ ਬਦਖਲ ਕਰ ਦੇਣਾ ਚਾਹੀਦਾ। ਤੁਸੀਂ ਮੇਰੀ ਗੱਲ ਫਿਰ ਇੱਕ ਗੱਲੋਂ ਅਸੀਂ ਥੈਂਕਫੁਲ ਹਾਂ ਕਿ ਗਵਰਨਰ ਸਾਹਿਬ ਨੇ ਇਹ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ 'ਚ ਹੋਇਆ ਕਿ ਉਹਨਾਂ ਨੇ ਕਿਹਾ ਠੀਕ ਹੈ ਮੈਂ ਆਪਣੀ ਗਵਰਨਮੈਂਟ ਨਹੀਂ ਕਹਿੰਦਾ, ਮੈਂ ਸਿੱਧਾ ਹੀ ਸਰਕਾਰ ਕਹਿ ਦਿੰਦਾ। ਸੋ ਇਹ ਗੱਲ ਸੋ ਇਹ ਗਵਰਨਰ ਐਡਰੈਸ ਇਹ ਕੰਪਲੀਟ ਫੇਲਡ ਗਵਰਨਮੈਂਟ ਜਿਹਦਾ ਮਾਂ-ਬਾਪ ਜਿਹੜਾ ਗਵਰਨਰ ਹੁੰਦਾ ਹੈ, ਜਿਹਦੇ ਨਾਂ ਤੇ ਸੈਸ਼ਨ ਕਾਲ ਕੀਤਾ ਜਾਂਦਾ, ਜਿਹੜਾ ਐਡਰੈਸ ਗਵਰਨਰ ਦੇ ਐਡਰੈਸ ਨੂੰ ਕਰ ਉਹੀ ਸਰਕਾਰ ਨੂੰ ਆਪਣੀ ਨੂੰ ਕਬੂਲਣ ਨੂੰ ਤਿਆਰ ਨਹੀਂ, ਤੇ ਇਹੋ ਜਿਹੇ ਐਡਰੈਸ ਨੂੰ ਅਸੀਂ ਕਿਸ ਤਰ੍ਹਾਂ ਕਬੂਲ ਲਈਏ? So that's why you have walked out from. We have walked out basically that means ਇਹ ਸਾਰਾ ਧੱਕੇ ਨਾਲ ਜਿਹੜਾ ਪੋਥਾ ਜਿਹੜਾ ਦਿੱਤਾ ਗਿਆ ਅੱਜ ਗਵਰਨਰ ਦੇ ਇਹ ਝੂਠ ਦਾ ਪੋਥਾ। ਜਦੋਂ ਗਵਰਨਰ ਸਾਹਿਬ ਖੁਦ ਇਸ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਆਪਣੇ ਗਵਰਨਰ ਦੇ ਐਡਰੈਸ ਨੂੰ, that means ਹੀ ਇਹਦੇ ਚ ਬਹੁਤ ਸਾਰੇ ਕੰਸਰਨਸ ਨੇ। ਪਹਿਲੇ ਤੇ ਹੈਡਮਾਸਟਰ ਪ੍ਰਿੰਸੀਪਲਸ ਵਾਲਾ 10ਵੇਂ ਨੰਬਰ ਤੇ ਹੈ, ਉਹਨਾਂ ਪੁੱਛਿਆ ਕ੍ਰਾਈਟੇਰੀਆ ਦੱਸੋ ਕਿਸ ਤਰ੍ਹਾਂ ਘੱਲੇ ਨੇ, ਅੱਜ ਦੂਜਾ ਬੈਚ ਘੱਲ ਦਿੱਤਾ ਕ੍ਰਾਈਟੇਰੀਆ ਦੱਸਣ ਨੂੰ ਤਿਆਰ। ਅਸੀਂ ਵੀ ਮੰਗਨੇ ਆ, ਮੈਂ ਵੀ ਐਜੂਕੇਸ਼ਨ ਮਿਨਿਸਟਰ ਰਿਹਾ, ਕ੍ਰਾਈਟੇਰੀਆ ਜਾਂ ਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਹੋਣ ਜਾਂ ਸਟੇਟ ਅਵਾਰਡੀਜ਼ ਹੋਣ ਜਾਂ ਪਬਲਿਕ ਸਰਵਿਸ ਕਮਿਸ਼ਨ ਬਣੀ ਹੈ, ਉਹਨਾਂ ਨੂੰ ਕਹੋ ਜੀ ਕਿ ਇਹਨਾਂ ਦਾ ਕ੍ਰਾਈਟੇਰੀਆ ਸੀਨੀਅਰਿਟੀ ਦਾ ਕਾਬਲੀਅਤ ਦਾ ਕੱਢ ਲਓ ਤੇ ਬੰਦੇ ਕਰ ਲਓ। ਨੰਬਰ 2 ਇਸੇ ਵਿੱਚ ਹੀ 32 ਨੰਬਰ ਤੇ ਉਹਨਾਂ ਨੇ ਗੱਲ ਕੀਤੀ ਹੈ ਡਰੱਗਸ ਦੀ, ਉੱਥੇ ਤਾਰੀਫ ਕਰ ਰਹੇ ਇੰਨੇ ਪੈਸੇ ਅਸੀਂ ਐਂਟੀ ਡਰੱਗ ਕੰਪੇਨ ਵਾਸਤੇ ਰੱਖੇ। ਅਸੀਂ ਕਿਹਾ ਜੀ ਤੁਸੀਂ ਤਾਂ ਖੁਦ ਬਾਰਡਰ ਏਰੀਆ 'ਚ ਗਏ ਹੋ, ਚੀਫ ਸੈਕਟਰੀ ਤੁਹਾਡਾ ਨਾਲ ਸੀ, ਡੀਜੀਪੀ ਤੁਹਾਡਾ ਨਾਲ ਸੀ, ਤੁਸੀਂ ਕਿਹਾ ਕਰਿਆਨੇ ਦੀਆਂ ਦੁਕਾਨਾਂ ਤੇ ਡਰੱਗਸ ਮਿਲ ਰਹੇ ਨੇ, ਇੱਥੇ ਤੁਸੀਂ ਕਿਸ ਤਰ੍ਹਾਂ? ਦੈਟ ਮੀਨਸ ਬੇਸਿਕਲੀ ਗਵਰਨਰ ਨੂੰ ਧੱਕੇ ਨਾਲ ਇਹ ਐਡਰੈਸ ਪੜਾਇਆ ਗਿਆ। ਉਹਨਾਂ ਦਾ ਮਨ ਹੈ ਨਹੀਂ ਸੀ, ਉਹਨਾਂ ਦੇ ਮਨ ਤੇ ਅੱਜ ਮੈਨੂੰ ਬਹੁਤ ਭਾਰੀ ਉਹਨਾਂ ਦੇ ਕੌਂਸ਼ੀਅਸ ਤੇ ਬੋਝ ਨਜ਼ਰ ਬਾਇਓ ਸਾਹਿਬ ਲੱਗਦਾ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੈ ਜੀ ਗਵਰਨਰ ਸਾਹਿਬ ਤੇ ਕਿੰਨਾ ਦਾ ਪ੍ਰੈਸ਼ਰ? ਮੈਂ ਸਮਝਦਾ ਕਿ ਗਵਰਨਰ ਸਾਹਿਬ ਦਾ ਮਨ ਹੈ ਨਹੀਂ ਸੀ, ਗਵਰਨਰ ਸਾਹਿਬ ਵੀ ਸਮਝਦੇ ਸੀ ਕਿ ਝੂਠ ਦਾ ਪੁਲੰਦਾ ਹੈ, ਮੇਰੇ ਕੋਲ ਝੂਠ ਦਿੱਲੀ ਦਾ ਪ੍ਰੈਸ਼ਰ ਹੈ ਜੀ ਕੋਈ?
ਮੈਨੂੰ ਹੁਣ ਇਹ ਤਾਂ ਪਤਾ ਨਹੀਂ ਕਿ ਪ੍ਰੈਸ਼ਰ ਕਿੱਥੋਂ ਤੱਕ ਹੋ ਸਕਦਾ। ਕੱਲ ਹੀ ਦੋਨੋਂ ਹੋਮ ਮਿਨਿਸਟਰ ਨੂੰ ਮਿਲੇ ਨੇ, ਹੋਮ ਮਿਨਿਸਟਰ ਨੇ ਕੀ ਕਿਹਾ ਦੋਨਾਂ ਨੂੰ? ਦੇਖੋ ਚੀਫ ਮਿਨਿਸਟਰ ਨੂੰ ਤੇ ਉਹਨਾਂ ਨੇ ਕਾਨੇ ਦੇ ਫੜਾਈ ਇਹਦੀਆਂ ਬੈਠਕਾਂ ਉੱਥੇ ਦਿੱਲੀ ਜਾ ਕੇ ਕਢਾਈਆਂ। ਇਹ ਹੁਣ ਬਕਾਇਦਾ ਤੌਰ ਉਹਨਾਂ ਦੇ ਮੁਤਾਬਕ ਅਸੀਂ ਪਹਿਲੇ ਕਹਿੰਦੇ ਇਹ ਅਗਲਾ ਇੱਕ ਨਾ ਛਿੰਦੇ ਵੱਲ, ਇਹ ਥੋੜਾ ਚਿਰ ਹੋਰ ਡੀਕੋ ਹਰ ਚੀਜ਼ ਖੁਦ ਇਹਨੇ ਟਵੀਟ ਦੇ ਜ਼ਰੀਏ ਭਗਵੰਤ ਮਾਨ ਨੇ ਕਬੂਲਿਆ ਕਿ ਜੋ ਹੁਣ ਸੈਂਟਰ ਕਹੇਗੀ ਮੈਂ ਉਸ ਮੁਤਾਬਕ ਚੱਲਾਂਗੇ। ਤੇ ਟਵੀਟ ਦੀ ਗੱਲ ਜਿਹੜੀ ਅਸੀਂ ਕਹਿੰਦੇ गवर्नर साहब बार बार कहते हैं बाहर किया हाउस को, मैं जो भी बयानबाजी हुई है हाउस से बाहर गई है, मेरी स्पीच है। ਕਿੰਨੇ गवर्नर साहब ने उन्हें किया ਗਵਰਨਰ ਸਾਹਿਬ ਦਾ ਕਹਿਣਾ ਸੀ ਕਿ ਇਹਨੂੰ ਬਹੁਤਾ ਤੁਸੀਂ ਇਹਦੇ ਵੱਲ ਤਵੱਜੋ ਨਾ ਦਿਓ, ਮੈਨੂੰ ਧੱਕੇ ਨਾਲ ਪੜਾਉਣਾ ਪੈ ਰਿਹਾ। 3-4 ਵਾਰ ਪਾਣੀ ਵੀ ਉਹਨਾਂ ਪੀਤਾ, ਮੈਂ ਪਾ ਦਿੰਦਾ बाजवा साहब ਵੀ ਉਹਨਾਂ ਨੇ ਇਹੀ ਗੱਲ ਕਹੀ ਹੈ। ਦੇਖੋ ਪ੍ਰੈਸ ਨੂੰ ਉਹਨਾਂ ਨੇ ਇਨਡਾਇਰੈਕਟਲੀ ਸਮਝਾਉਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਐਡਹੌਕ ਕਮੇਟੀ ਨੂੰ ਲੈ ਕੇ ਇੱਕ ਵੱਡਾ ਮਤਾ ਪਾਸ ਕੀਤਾ ਗਿਆ ਹੈ। ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਇਕੱਤਰਤਾ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਮੂਹ ਨੁਮਾਇੰਦੇ ਹਾਜ਼ਰ ਰਹੇ। ਇਸ ਮੌਕੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਇਕੱਤਰਤਾ ਦੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਇਕੱਤਰਤਾ ਦੇ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਹਰਿਆਣਾ ਐਡਹੌਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਰੱਦ ਕਰਦੀ ਹੈ। ਉਹਨਾਂ ਵੱਲੋਂ ਇਹ ਵੀ ਇੱਕ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਸੰਸਦ ਦਾ ਇਜਲਾਸ ਸੱਦ ਕੇ ਹਰਿਆਣਾ ਐਡਹੌਕ ਕਮੇਟੀ ਐਕਟ ਹੈ ਜਿਹੜਾ 2014 ਉਸ ਨੂੰ ਰੱਦ ਕੀਤਾ ਜਾਵੇ, ਕਿਉਂਕਿ ਗੁਰਦੁਆਰਾ ਐਕਟ 1925 ਹਜੇ ਵੀ ਬਰਕਰਾਰ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣੇ ਦੇ ਵਿੱਚ ਸੁਸ਼ੋਭਿਤ ਸਮੂਹ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸੌਂਪਿਆ ਜਾਵੇ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਆਖਿਆ ਗਿਆ ਕਿ ਘੱਟ ਗਿਣਤੀਆਂ ਦੇ ਨਾਲ ਕੇਂਦਰ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਉੱਪਰ ਕਬਜ਼ਾ ਕੀਤਾ ਗਿਆ, ਇਸ ਦੇ ਪਿੱਛੇ ਭਾਜਪਾ ਸਰਕਾਰ ਹੈ। ਇਹ ਬਿਆਨ ਦਿੰਦੇ ਹੋਏ ਹਰਜਿੰਦਰ ਸਿੰਘ ਧਾਮੀ ਵੱਲੋਂ ਆਖਿਆ ਗਿਆ ਹੈ ਕਿ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਜਾ ਕੇ ਜੰਦਰਿਆਂ ਨੂੰ ਤੋੜਿਆ ਗਿਆ ਅਤੇ ਜਿਸ ਤਰ੍ਹਾਂ ਸੰਗਤ ਨੂੰ ਬਾਹਰ ਕੱਢਿਆ ਗਿਆ, ਉਹ ਜਿਹੜੀ ਹੈ ਘਟੀਆ ਕਾਰਵਾਈ ਹੈ, ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਸ ਮੌਕੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਆਖਿਆ ਗਿਆ ਕਿ ਹਰਿਆਣੇ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਹਥਿਆਉਣਾ ਹਰਿਆਣਾ ਸਰਕਾਰ ਦੀ ਵੱਡੀ ਗਲਤੀ ਹੈ, ਜਿਸ ਨੂੰ ਕਿ ਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਤੌਰ ਤੇ ਹਰਿਆਣਾ ਐਡਹੌਕ ਕਮੇਟੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸੰਸਦ ਮੈਂਬਰਾਂ ਤੱਕ ਪਹੁੰਚ ਕਰਨ ਦੇ ਲਈ 6 ਮੈਂਬਰੀ ਕਮੇਟੀ ਦਾ ਗਠਨ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਖਿਆ ਗਿਆ ਕਿ ਉਹਨਾਂ ਵੱਲੋਂ 6 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ, ਜੋ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਤੇ ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰਾਂ ਨਾਲ ਰਾਬਤਾ ਕਾਇਮ ਕਰਕੇ ਸਿੱਖਾਂ ਦੀ ਸੰਵਿਧਾਨਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਜਬਰੀ ਖੰਡਿਤ ਕਰਨ ਬਾਰੇ ਆਵਾਜ਼ ਚੁੱਕਣ ਲਈ ਆਖੇਗੀ ਅਤੇ ਇਸ ਮੌਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਰੱਦ ਕਰਨ ਦੀ ਮੰਗ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ। ਇਸ ਵਿਸ਼ੇਸ਼ ਇਜਲਾਸ ਦੇ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਮੇਤ ਤਖਤ ਸਾਹਿਬਾਨਾਂ ਦੇ ਜਥੇਦਾਰ ਅਤੇ ਵਿਰੋਧੀ ਧਿਰ ਹੈ ਜਿਹੜੀ ਉਸਦੇ ਵੀ ਜਿਹੜੇ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਜਨਰਲ ਇਜਲਾਸ ਵੱਲੋਂ ਹੁਣ ਮੰਗ ਉਠਾਈ ਗਈ ਹੈ ਕਿ ਹਰਿਆਣਾ ਗੁਰਦੁਆਰਾ ਐਕਟ ਨੂੰ ਰੱਦ ਕੀਤਾ ਜਾਵੇ, ਪਰ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਇਸ ਮੁੱਦੇ ਤੇ ਕੀ ਜਵਾਬ ਦਿੰਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਬਾਰ-ਬਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਾਅਵੇ ਕੀਤੇ ਜਾ ਚੁੱਕੇ ਨੇ ਕਿ ਬਹੁਤ ਲੰਬਾ ਸਮਾਂ ਉਹਨਾਂ ਨੇ ਲੜਾਈ ਲੜੀ ਹੈ। ਹਰਿਆਣੇ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਪ੍ਰਬੰਧ ਹੋਣਾ ਚਾਹੀਦਾ ਹੈ, ਪਰ ਸ਼੍ਰੋਮਣੀ ਕਮੇਟੀ ਇਹ ਮੁੱਦਾ ਚੁੱਕਦੀ ਹੈ ਕਿ ਭਾਜਪਾ ਸਰਕਾਰ ਵੱਲੋਂ RSS ਦੇ ਨਾਲ ਮਿਲ ਕੇ ਹਰਿਆਣੇ ਦੇ ਵਿੱਚ ਸੁਸ਼ੋਭਿਤ ਗੁਰਦੁਆਰਾ ਸਾਹਿਬਾਨਾਂ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜੋ ਪ੍ਰਬੰਧ ਨੇ ਉਹ ਸੌਂਪੇ ਜਾ ਰਹੇ ਨੇ। ਇਸ ਮੌਕੇ ਤੇ ਹਰਿਆਣਾ ਕਮੇਟੀ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਵਿਸ਼ੇਸ਼ ਇਜਲਾਸ ਦੌਰਾਨ ਲਏ ਗਏ ਅਹਿਮ ਫੈਸਲਿਆਂ ਦੇ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਾਡੇ 12 ਮੈਂਬਰ ਆ, 12 ਦੇ 12 ਖੜੇ ਆ, ਕਿਤੇ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਇਲੈਕਸ਼ਨ ਹੈ ਸੈਟੀਸਫਾਈਡ ਨਹੀਂ ਹੋਈ ਜਾਂ ਉਹਨਾਂ ਨੂੰ ਮੈਂਬਰਸ਼ਿਪ ਤੋਂ ਲਾਇਆ ਨਹੀਂ ਗਿਆ। ਇਹਨੇ ਐਡਹੌਕ ਕਮੇਟੀ ਬਣਾਤੀ ਆ ਤੇ ਸਾਡਾ ਮੰਨਣਾ ਆ ਵੀ ਐਡਹੌਕ ਕਮੇਟੀ ਐਗਜ਼ਿਸਟ ਨਹੀਂ ਕਰਦੀ, ਕਿਉਂਕਿ ਚੁਣੀ ਹੋਈ ਜਿਹੜੇ ਉੱਥੋਂ ਦੇ 12 ਮੈਂਬਰ ਆ ਉਹ ਅੱਜ ਵੀ ਮੈਂਬਰ ਆ ਤੇ ਸਾਡੇ ਹਾਊਸ ਦੇ ਮੈਂਬਰ ਆ। ਸੋ ਇਸ ਕਰਕੇ ਇਹ ਅਸੀਂ ਅੱਜ
ਸਮੁੱਚੇ ਤੌਰ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਬਣਾਈ ਆ, ਜਿਹਦੇ ਵਿੱਚ 3 ਮੈਂਬਰ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਂਪੂਰੀ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਈਆ ਤੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ, ਤੇ ਉਧਰੋਂ ਸਰਦਾਰ ਬਲਵਿੰਦਰ ਸਿੰਘ ਭੁੰਦੜ, ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਰਦਾਰ ਦਲਜੀਤ ਸਿੰਘ ਚੀਮਾ। ਇਹ 6 ਮੈਂਬਰ ਜਿਹੜੇ ਆ ਇਹ ਸਮੁੱਚੇ ਪਾਰਲੀਮੈਂਟ ਦੇ ਲੋਕ ਸਭਾ ਦੇ ਮੈਂਬਰ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਤੁਰੰਤ ਚਿੱਠੀਆਂ ਲਿਖਣਗੇ, ਸਾਰਿਆਂ ਮੈਂਬਰਾਂ ਨੂੰ। ਉਹ ਤੋਂ ਇਲਾਵਾ ਇਹ ਕਮੇਟੀ ਚਾਹੇ ਸਿੱਕਮ 'ਚ ਜਾਵੇ, ਇਹ ਕਮੇਟੀ ਚਾਹੇ ਮਦਰਾਸ ਜਾਵੇ, ਇਹ ਕਮੇਟੀ ਚਾਹੇ ਵੈਸਟ ਬੰਗਾਲ 'ਚ ਜਾਵੇ, ਚਾਹੇ ਬਿਹਾਰ ਪਟਨੇ 'ਚ ਜਾਵੇ, ਇਹ ਕਮੇਟੀ ਉਹਨਾਂ ਵੱਡੀਆਂ ਧਿਰਾਂ ਦੇ ਨਾਲ ਜਾ ਕੇ ਵਿਵਸਥਾ ਉਹਨਾਂ ਨੂੰ ਅਪਰਾਈਜ਼ ਵੀ ਕਰਾਊਗੀ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਪਰੀਮ ਕੋਰਟ ਦਾ ਫੈਸਲਾ ਭਾਵੇਂ ਆ ਚੁੱਕਾ, ਪਰ ਸਾਡੀ ਅਸਲ ਇਹ ਕਹਾਣੀ ਕੀ ਆ। ਔਰ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗੇ ਵੀ ਮੌਜੂਦਾ ਸਰਕਾਰ ਨੂੰ ਵੀ ਮਿਲਣ ਦਾ ਯਤਨ ਕਰਨ, ਉਹਨਾਂ ਦੇ ਵੀ ਤੱਕ ਇਹ ਆਵਾਜ਼ ਬੁਲੰਦ ਕਰਨ, ਤਾਂ ਕਿ ਜਿਹੜਾ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿਆਦਤੀ ਹੋਈ ਆ, ਇਹ ਜਿਹੜੀ ਤੁਰੰਤ ਇਹਨੂੰ ਜਿਹੜਾ ਆ ਉਹ ਠੀਕ ਕੀਤਾ ਜਾਵੇ। ਸੋ ਉਹ ਤੋਂ ਇਲਾਵਾ ਇਹ ਜਿਹੜਾ ਇੱਕ ਅੱਜ ਵੱਡਾ ਮਤਾ ਇਹ ਵੀ ਆਇਆ ਵੀ ਜਿਹੜੇ ਜੁੱਤੀਆਂ ਪਾ ਕੇ ਪੁਲਿਸ ਵਾਲੇ ਅੰਦਰ ਵੜ ਗਿਆ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਕਰਮਾਂ ਦੇ ਵਿੱਚ, ਜਿਹਦੀਆਂ ਵੀਡੀਓ ਪਹਿਲਾਂ ਵੀ ਜਾਰੀ ਹੋਈਆਂ। ਉਹ ਤੋਂ ਇਲਾਵਾ ਜੇ ਹਿਸਾਬ ਦੇ ਨਾਲ ਜਿੰਦੇ ਤੋੜੇ ਗਏ ਕਟਰਾਂ ਦੇ ਨਾਲ, ਜੇ ਹਿਸਾਬ ਦੇ ਨਾਲ ਗੁਰਦੁਆਰੇ ਸਾਹਿਬਾਨਾਂ ਦੇ ਬੂਹਿਆਂ ਨੂੰ ਲੱਗੇ ਤਾਲੇ ਕੱਟੇ ਗਏ, ਇਹ ਵੀ ਬਹੁਤ ਸਖਤ ਨਿੰਦਾ ਵੀ ਆ ਤੇ ਇਹ ਗੁਰਮਤ ਦੀ ਉਲੰਘਣਾ ਵੀ ਆ। ਇਹ ਵੀ ਆ ਸਮੁੱਚੇ ਹਾਊਸ ਨੇ ਇਹ ਮਹਿਸੂਸ ਕੀਤਾ ਕਿ ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਨੇ ਪੁਲਿਸ ਚਿੱਟੇ ਕੱਪੜਿਆਂ ਦੇ ਵਿੱਚ ਤੇ ਪੁਲਿਸ ਵਰਦੀ ਭੇਜ ਕੇ ਜਿਸ ਧੱਕੜਸ਼ਾਹੀ ਦੇ ਨਾਲ ਇਹ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਇੱਕ ਧਿਰ ਨੂੰ ਲੈ ਕੇ, ਤੇ ਉੱਥੇ ਉਹ ਜਿਹੜੇ ਲੜਦੇ ਸੀ ਹਰਿਆਣਾ ਕਮੇਟੀ ਬਣਾਉਣ ਲਈ, ਉਹ ਅੱਜ ਵੀ ਧਿਰਾਂ ਉਹਨਾਂ ਦੇ ਖਿਲਾਫ ਆ। ਤੇ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਹੁਣ ਨੋਮੀਨੇਟਡ ਇਹਨਾਂ ਦੀ ਕਮੇਟੀ ਆ, ਉਹਦੇ ਵਿੱਚ ਬਹੁਤਾਤ ਜਿਹੜੀ ਉਹ ਸਰਕਾਰ ਸਪਾਂਸਰਡ ਆ, ਉਹ ਸੰਗਤਾਂ ਦੀ ਚੁਣੀ ਹੋਈ ਬਾਡੀ ਨਹੀਂਗੀ। ਇਹ ਵੀ ਅੱਜ ਦੇ ਹਾਊਸ ਨੇ ਇਹਦੀ ਜਿਹੜੀ ਉਹ ਨਿੰਦਾ ਕੀਤੀ ਆ। ਦੂਸਰੀ ਜਿਹੜੀ ਇੱਕ ਮਤਾ ਸਾਡਾ ਜਿਹੜਾ ਚੇਚੇ ਤੌਰ ਤੇ ਅੱਜ ਆਇਆ, ਉਹ ਆਇਆ ਕਿ ਅੱਜ ਇਸ ਦੇਸ਼ ਦੀ ਸਰਕਾਰ ਬੜੀ ਤੇਜ਼ੀ ਨਾਲ ਮਾਈਨੋਰਟੀ ਕਮਿਊਨਿਟੀਜ਼ ਦਾ ਗਲਾ ਘੁੱਟਣ ਲਈ ਹਿੰਦੂ ਤੱਤਵ ਦੀ ਗੱਲ ਕਰ ਰਹੀ ਆ, ਔਰ ਇਹ ਅੱਜ ਦਾ ਹਾਊਸ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਨਹੀਂ ਕਰਦਾ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੰਦ ਕਮਰਾ ਬੈਠਕ ਕੀਤੀ ਗਈ ਹੈ। ਇਸ ਬੈਠਕ ਦੇ ਦਰਮਿਆਨ ਕੌਮੀ ਮਸਲਿਆਂ ਤੇ ਸਿੱਖ ਨੌਜਵਾਨੀ ਦੇ ਬਾਬਤ ਵਿਚਾਰ ਚਰਚਾ ਹੋਣ ਦਾ ਦਾਅਵਾ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਬੈਠਕ ਦੇ ਵਿੱਚ ਹਿੱਸਾ ਲਿਆ ਗਿਆ ਹੈ ਅਤੇ ਇਸ ਮੌਕੇ ਤੇ ਬੈਠਕ ਤੋਂ ਬਾਅਦ ਉਹਨਾਂ ਵੱਲੋਂ ਆਖਿਆ ਗਿਆ ਕਿ ਅਜਨਾਲਾ ਮਾਮਲੇ ਦੇ ਉੱਪਰ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਇਸ ਬੈਠਕ ਦੇ ਦਰਮਿਆਨ ਨਹੀਂ ਕੀਤੀ ਗਈ, ਸਗੋਂ ਕੌਮੀ ਮਸਲਿਆਂ, ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਨੂੰ ਲੈ ਕੇ, ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੂੰ ਲੈ ਕੇ ਵਿਚਾਰ ਚਰਚਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਉਹਨਾਂ ਵੱਲੋਂ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅਜਨਾਲਾ ਦੇ ਵਿੱਚ ਵਾਪਰੇ ਵਰਤਾਰੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਜਿਹੜਾ ਹੈ ਬਿਆਨ ਪੇਸ਼ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਖ ਨੂੰ ਜਿੱਥੇ ਢਾਹ ਲੱਗਣ ਦੀ ਸ਼ੰਕਾ ਹੋਵੇ, ਉਹਨਾਂ ਧਰਨਿਆਂ ਦੇ ਉੱਪਰ ਉਹਨਾਂ ਦੇ ਸਰੂਪ ਸਾਹਿਬਾਨ ਨੂੰ ਨਾ ਲਿਜਾਇਆ ਜਾਵੇ, ਜਿਸ ਨੂੰ ਲੈ ਕੇ 15 ਮੈਂਬਰੀ ਕਮੇਟੀ ਦਾ ਗਠਨ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਈ ਵਾਰ ਸਥਿਤੀ ਸਪਸ਼ਟ ਕੀਤੀ ਜਾ ਚੁੱਕੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਸਿੱਖ ਆਪਣੀਆਂ ਜੰਗਾਂ ਯੁੱਧਾਂ ਦੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਿਬਾਨ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ ਅਤੇ ਉਹਨਾਂ ਵੱਲੋਂ ਵੀ ਉਸ ਦੇ ਤਹਿਤ ਹੀ ਜਿਹੜੀ ਹੈ ਇਹ ਕਦਮ ਚੁੱਕਿਆ ਗਿਆ, ਜਿਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਇਸ ਮੌਕੇ ਤੇ ਬੈਠਕ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਖਿਆ ਗਿਆ ਕਿ तमाम ਸਿੱਖ ਕੌਮ ਦੇ ਮਸਲਿਆਂ ਨੂੰ ਲੈ ਕੇ ਉਹਨਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ ਹੈ, ਪਰ ਕੋਈ ਵੀ ਜਿਹੜੀ ਖਾਸ ਨੀਤੀ ਹੈ ਜਾਂ ਕੋਈ ਬਿਉਂਤਬੰਦੀ ਹੈ ਇਸ ਬੈਠਕ ਦੇ ਵਿੱਚ ਨਹੀਂ ਬਣਾਈ ਗਈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਗਿਆ ਕਿ ਪੰਜਾਬ ਦੇ ਵਿੱਚ ਰਹਿਣਾ ਉਹਨਾਂ ਦਾ ਹੱਕ ਹੈ। ਉਹਨਾਂ ਵੱਲੋਂ ਆਖਿਆ ਗਿਆ ਕਿ
ਉਹ ਪੰਜਾਬ ਛੱਡ ਕੇ ਕਿਉਂ ਜਾਣ। ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਪੰਜਾਬ ਛੱਡ ਕੇ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਵੱਲੋਂ ਭਾਰਤੀ ਨਾਗਰਿਕ ਹੋਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਸਵਾਲ ਉਹਨਾਂ ਦੇ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਨੇ, ਪਰ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਰਹਿਣਾ ਉਹਨਾਂ ਦਾ ਹੱਕ ਹੈ। ਇਸ ਮੌਕੇ ਤੇ ਦੱਸਿਏ ਕਿ ਭਾਈ ਅਮਰਿਤਪਾਲ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਕਾਰ ਬੰਦ ਕਮਰਾ ਬੈਠਕ ਹੋਈ ਹੈ, ਪਰ ਬੈਠਕ ਤੋਂ ਬਾਅਦ ਬਾਹਰ ਆ ਕੇ ਭਾਈ ਅਮਰਿਤਪਾਲ ਸਿੰਘ ਵੱਲੋਂ ਇਹ तमाम ਜਾਣਕਾਰੀ ਸਾਂਝੀ ਕੀਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵਿੱਚ ਲਗਭਗ 1.5-2 ਘੰਟੇ ਦੋਹਾਂ ਧਿਰਾਂ ਦੇ ਵਿਚਕਾਰ ਇਹ ਬੈਠਕ ਚੱਲੀ। ਭਾਈ ਅਮਰਿਤਪਾਲ ਸਿੰਘ ਵੱਲੋਂ ਸੰਖੇਪ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਆਖਿਆ ਗਿਆ ਕਿ ਪੰਥਕ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਬਾਰੇ ਗੱਲਬਾਤ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਧਰਨਿਆਂ ਤੇ ਰੋਸ ਮੁਜ਼ਾਹਰਿਆਂ ਵਾਲੀਆਂ ਥਾਵਾਂ ਤੇ ਪਾਵਨ ਸਰੂਪ ਸਾਹਿਬਾਨ ਨੂੰ ਲਿਜਾਣ ਸੰਬੰਧੀ ਜੋ 15 ਮੈਂਬਰੀ ਕਮੇਟੀ ਬਣਾਈ ਗਈ ਉਸ ਦੇ ਬਾਬਤ ਕੋਈ ਵੀ ਚਰਚਾ ਇਸ ਬੈਠਕ ਦੇ ਵਿੱਚ ਨਹੀਂ ਆਈ। ਉਹਨਾਂ ਆਖਿਆ ਕਿ ਮੀਡੀਆ ਦੇ ਵਿੱਚ ਸਿਰਫ ਉੱਥੋਂ ਤੱਕ ਹੀ ਸੀਮਿਤ ਜਾਣਕਾਰੀ ਨੂੰ ਰੱਖਣਾ ਚਾਹੀਦਾ ਹੈ ਜਿੱਥੋਂ ਤੱਕ ਕਿ ਜ਼ਰੂਰਤ ਹੋਵੇ ਅਤੇ ਕੋਈ ਵੀ ਨੀਤੀਗਤ ਮਾਮਲਿਆਂ ਦੇ ਉੱਪਰ ਚਰਚਾ ਇਸ ਬੈਠਕ ਦੇ ਦਰਮਿਆਨ ਨਹੀਂ ਹੋਈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਅਮਰਿਤ ਵਿਚਕਾਰ ਹੋਈ ਇਸ ਬੈਠਕ ਦੇ ਦਰਮਿਆਨ ਕੀ ਕੁਝ ਗੱਲਬਾਤ ਹੋਈ ਹੈ, ਭਾਈ ਅਮਰਿਤਪਾਲ ਸਿੰਘ ਵੱਲੋਂ ਸਾਂਝਾ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਾਡੀ ਜਥੇਦਾਰ ਸਾਹਿਬ ਨਾਲ ਜਿਹੜੀ ਮੁਲਾਕਾਤ ਉਹ ਪੰਥਕ ਵਿਚਾਰਾਂ ਹੋਈਆਂ, ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੋਂ ਤੱਕ ਸੀਮਿਤ ਰੱਖਣਾ ਚਾਹੀਦਾ ਹੈ। ਦੇਖੋ, ਮੀਡੀਆ ਸੈਂਸੇਸ਼ਨ ਨਹੀਂ, ਉਸ ਬਾਰੇ ਸਾਡੀ ਕੋਈ ਵਿਚਾਰ ਨਹੀਂ, ਉਹ ਤੇ ਵੱਖਰਾ ਵਿਸ਼ਾ ਹੈ। ਇਹ ਅਸੀਂ ਦਰਬਾਰ ਸਾਹਿਬ ਆਏ ਸੀ ਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਕੀ ਖਾਸ ਮੁੱਦਾ ਰਿਹਾ ਜੀ? ਨਹੀਂ, ਖਾਸ ਮੁੱਦਾ ਸਾਡੀ ਨੌਜਵਾਨੀ ਦਾ ਹੀ ਗਿਆ ਜੀ। ਕੋਈ ਮੈਨੂੰ ਲੱਗਦਾ ਵੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਆ, ਉਹ ਮੁਲਾਕਾਤ ਸਿੱਖਾਂ ਵਾਸਤੇ ਕੋਈ ਏਡੀ ਸੈਂਸੇਸ਼ਨ ਦਾ ਮੁੱਦਾ ਨਹੀਂ ਹੋਣਾ ਚਾਹੀਦਾ। ਸੈਂਸੇਸ਼ਨ ਦਾ ਮੁੱਦਾ ਨਹੀਂ ਹੋਣਾ ਚਾਹੀਦਾ। ਸੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਚਰਚਾ ਜਿਹੜੀ ਹੁੰਦੀ ਰਹਿਣੀ ਚਾਹੀਦੀ। ਠੀਕ ਹੈ, ਚੜ੍ਹਦੀ ਕਲਾ। ਨਹੀਂ, ਅਸੀਂ ਉੱਥੇ ਜਲ ਪਾਣੀ ਵੀ ਛਕਿਆ, ਕੋਈ ਮੀਟਿੰਗ ਵਾਲਾ ਕਰ ਸਾਰੀਆਂ ਨਜ਼ਰਾਂ ਤੁਹਾਡੇ ਤੇ ਡਿੱਗੀਆਂ ਸੀ ਕਿ ਤੁਸੀਂ ਪਹਿਲੀ ਵਾਰ ਸਿੰਘ ਸਾਹਿਬ ਨਾਲ ਮੁਲਾਕਾਤ ਮੈਂ ਕਰਨ ਕਹਿੰਦਾ ਪਹਿਲੀ ਵਾਰ ਚਲੋ ਕਈ ਵਾਰ ਨਾ ਸਬਬ ਨਹੀਂ ਬਣਦਾ। ਅਗੇ ਦਰਬਾਰ ਸਾਹਿਬ ਆਏ, ਉਹ ਦਮਦਮਾ ਸਾਹਿਬ ਹੁੰਦੇ ਸੀ, ਅੱਜ ਇਸ ਕੁਦਰਤੀ ਸਬਬ ਮਾਹੌਲ ਚ ਹੋਈ ਵਧੀਆ ਗੱਲ। ਬਹੁਤ ਸੋਹਣੀ ਗੱਲਬਾਤ ਹੋਈ, ਮਹਾਰਾਜ ਨੇ ਕਿਰਪਾ ਕੀਤੀ ਹੈ। ਦੇਖੋ, ਅਸੀਂ ਕੋਈ ਨਵੀਂ ਸਤਸੰਗੀ ਬਣ ਸਕਦੀ ਹੈ ਸਿੰਘ ਸਾਹਿਬ ਨਾਲ ਤੁਹਾਡੀ ਮੁਲਾਕਾਤ ਤੋਂ ਬਾਅਦ? ਕੀ ਬਣ ਸਕਦਾ, ਕੋਈ ਨਵਾਂ ਅਧਿਆਇ ਸ਼ੁਰੂ ਹੋ ਸਕਦਾ? ਨਹੀਂ, ਮੈਨੂੰ ਇਹ ਲੱਗਦਾ ਵੀ ਇਸ ਮੀਟਿੰਗ ਦੇ ਵਿੱਚ ਆਪਾਂ ਫਾਰਮਲ ਗੱਲਬਾਤ ਕੀਤੀ, ਕੋਈ ਸਟ੍ਰੈਟਜੀ, ਕੋਈ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ। ਪ੍ਰਵਾਸੀ ਪੰਜਾਬੀਆਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। 6 ਅਪ੍ਰੈਲ ਤੋਂ ਸ਼੍ਰੀ ਗੁਰੂ ਰਾਮਦਾਸ ਜੀ 에ਅਰਪੋਰਟ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਕੈਨੇਡਾ ਦੇ ਲਈ ਰਵਾਨਾ ਹੋਣੀ ਸ਼ੁਰੂ ਹੋਵੇਗੀ। ਇਹ ਫਲਾਈਟ ਸਵੇਰ 3:15 ਵਜੇ ਰਵਾਨਾ ਹੋਵੇਗੀ ਤੇ ਕਰੀਬ 21 ਘੰਟੇ ਦਾ ਸਫ਼ਰ ਇਸ ਫਲਾਈਟ ਵੱਲੋਂ ਤੈਅ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਦਿੱਲੀ 에ਅਰਪੋਰਟ ਤੇ ਉਹਨਾਂ ਨੂੰ ਪਹਿਲਾਂ ਪਹੁੰਚਣਾ ਪੈਂਦਾ ਹੈ ਅਤੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਵਾਲੀ ਸੰਗਤ ਜਾਂ ਪੰਜਾਬ ਦੇ ਵਿੱਚ ਪਹੁੰਚਣ ਵਾਲੀ ਸੰਗਤ ਇਹ ਮੰਗ ਕਰਦੀ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਜਿਹੜੀ ਸਿੱਧੀ ਫਲਾਈਟ ਹੈ ਉਹ ਕੈਨੇਡਾ ਤੋਂ ਪਹੁੰਚੇ ਅਤੇ ਉੱਥੋਂ ਹੀ ਉਹਨਾਂ ਨੂੰ ਕੈਨੇਡਾ ਦੇ ਲਈ ਫਲਾਈਟ ਵੀ ਪ੍ਰਾਪਤ ਹੋਵੇ। ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੱਗੇ ਵੀ ਕਈ ਵਾਰ ਇਹ ਮੰਗ ਜਿਹੜੀ ਹੈ ਉਹ ਰੱਖੀ ਜਾ ਚੁੱਕੀ ਹੈ ਅਤੇ ਇਸ ਮੌਕੇ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਇਸ ਦੇ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਆਖਿਆ ਕਿ ਲੰਬੇ ਸਮੇਂ ਤੋਂ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਮੰਗ ਹੁਣ ਪੂਰੀ ਹੋਈ ਹੈ ਅਤੇ 6 ਅਪ੍ਰੈਲ ਤੋਂ ਸਵੇਰ 3:15 ਵਜੇ ਜਿਹੜੀ ਫਲਾਈਟ ਹੈ ਉਹ ਪਹਿਲੀ ਸ਼ੁਰੂ ਹੋਵੇਗੀ ਜੋ ਕਿ ਅੰਮ੍ਰਿਤਸਰ ਤੋਂ ਸਿੱਧੀ ਕੈਨੇਡਾ ਜਾਵੇਗੀ ਅਤੇ ਇਸ ਫਲਾਈਟ ਵੱਲੋਂ 21 ਘੰਟੇ ਦਾ ਸਫ਼ਰ ਤੈਅ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਿੱਧੀ ਉਡਾਨ ਨੂੰ ਸ਼ੁਰੂ ਕੀਤੇ ਜਾਣ ਦੇ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਗਈ ਹੈ। ਇਹ ਫਲਾਈਟ ਇਟਾਲੀਅਨ ਨਿਊਜ਼ 에ਅਰਲਾਈਨਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਦੱਸੀਏ ਕਿ ਇਹ ਫਲਾਈਟ ਮਿਲਾਨ 에ਅਰਪੋਰਟ ਤੇ ਰੁਕ ਕੇ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਤੇ ਜਾਵੇਗੀ। ਜਾਣਕਾਰੀ ਮੁਤਾਬਕ ਹਰ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3:15 ਵਜੇ ਇਹ ਫਲਾਈਟ ਰਵਾਨਾ ਹੋਵੇਗੀ। 4 ਘੰਟੇ ਮਿਲਾਨ ਦੇ ਵਿੱਚ ਰੁਕਣ ਮਗਰੋਂ ਫਲਾਈਟ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੇ ਲੈਂਡ ਕਰੇਗੀ। ਇਹ ਸਫ਼ਰ ਜਿਹੜਾ ਹੈ ਉਹ 21 ਘੰਟੇ 15 ਮਿੰਟਾਂ ਦੇ ਵਿੱਚ ਤਕਰੀਬਨ ਤੈਅ ਹੋਵੇਗਾ ਅਤੇ ਵੀਰਵਾਰ ਨੂੰ ਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਲਈ ਵਾਪਸ ਜਿਹੜੀ ਹੈ ਇਹ ਫਲਾਈਟ ਰਵਾਨਾ ਹੋ ਜਾਵੇਗੀ। ਇਸ ਦੇ ਨਾਲ ਕੈਨੇਡਾ ਦੇ ਵਿੱਚ ਲਗਭਗ 10 ਲੱਖ ਦੀ ਗਿਣਤੀ ਦੇ ਵਿੱਚ ਵਸਦੇ ਪੰਜਾਬੀ ਮੂਲ ਦੇ ਲੋਕਾਂ ਨੂੰ ਫਾਇਦਾ ਪਹੁੰਚੇਗਾ।
ਕੈਨੇਡਾ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਵਾਸ ਕਰਦੇ ਨੇ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਪਹੁੰਚਣ ਵਾਲੇ ਸ਼ਰਧਾਲੂਆਂ ਵੱਲੋਂ ਸਿੱਖ ਸੰਗਤ ਵੱਲੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੇ ਉਹਨਾਂ ਨੂੰ ਪਹਿਲਾਂ ਆਉਣਾ ਪੈਂਦਾ ਹੈ, ਜਿੱਥੇ ਬਾਅਦ ਵਿੱਚ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਸਾਹਿਬ ਦੇ ਲਈ ਰਵਾਨਾ ਹੁੰਦੇ ਨੇ, ਕਿਉਂਕਿ ਦਿੱਲੀ 에ਅਰਪੋਰਟ ਆਉਣ ਵਾਲੀਆਂ ਫਲਾਈਟਾਂ ਰਾਤ ਨੂੰ 10 ਵਜੇ ਤੋਂ ਪਹਿਲਾਂ ਪਹੁੰਚਦੀਆਂ ਨੇ। ਫਿਰ ਉਸ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਦੇ ਲਈ ਜਿਹੜੀ ਫਲਾਈਟ ਹੈ ਉਹ ਉਹਨਾਂ ਨੂੰ ਉਸ ਤੋਂ ਬਾਅਦ ਅਗਲੀ ਸਵੇਰ ਨੂੰ ਮਿਲਦੀ ਹੈ, ਜਿਸ ਕਰਕੇ ਲੰਬਾ ਸਮਾਂ ਉਹਨਾਂ ਨੂੰ ਉਡੀਕ ਕਰਨੀ ਪੈਂਦੀ ਹੈ, ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੇ ਚਲਦਿਆਂ ਹੀ ਉਹਨਾਂ ਵੱਲੋਂ ਇਹ ਮੰਗ ਜਿਹੜੀ ਹੈ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਦੇ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਆਖਿਆ ਗਿਆ ਹੈ ਕਿ ਕੇਂਦਰ ਸਰਕਾਰ ਦੇ ਅੱਗੇ ਕਈ ਵਾਰ ਇਹ ਮੰਗ ਰੱਖੀ ਗਈ ਸੀ ਅਤੇ ਹੁਣ ਇਹ ਮੰਗ ਪੂਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀ ਫਲਾਈਟ ਵੀਰਵਾਰ ਨੂੰ ਸਵੇਰ 3:15 ਵਜੇ ਸ਼ੁਰੂ ਹੋਵੇਗੀ ਤੇ ਪ੍ਰਵਾਸੀ ਪੰਜਾਬੀ ਇਸ ਨਵੀਂ ਫਲਾਈਟ ਦਾ ਫਾਇਦਾ ਲੈ ਸਕਦੇ ਨੇ। ਮੈਂ ਐਨਆਰਆਈ ਭਰਾ ਜਿਹੜੇ ਬਾਹਰ ਵਸਦੇ ਨੇ, ਖਾਸ ਕਰ ਅਮਰੀਕਾ, ਨਿਊਯਾਰਕ ਚ ਔਰ ਟੋਰਾਂਟੋ ਕੈਨੇਡਾ ਦੇ ਵਿੱਚ, ਉਹਨਾਂ ਨੂੰ ਖੁਸ਼ਖਬਰੀ ਦੇਣੀ ਚਾਹੁੰਦਾ ਕਿ ਅੰਮ੍ਰਿਤਸਰ ਤੋਂ ਨਿਊਜ਼ 에ਅਰ ਨੇ ਫਲਾਈਟ ਜਿਹੜੀ ਹੈ ਕਨੈਕਟਡ ਫਲਾਈਟ ਪਹਿਲਾਂ ਚੱਲਦੀ ਹੈ ਅੰਮ੍ਰਿਤਸਰ ਤੋਂ ਮਿਲਾਨ, ਕਨੈਕਟਡ ਫਲਾਈਟ ਸ਼ੁਰੂ ਕਰ ਦੇਣੀ ਹੈ ਵੀਰਵਾਰ ਸਵੇਰੇ 3:15 ਤੇ ਇੱਥੇ ਚੱਲੇਗੀ। ਅੰਮ੍ਰਿਤਸਰ ਤੋਂ ਕਰੀਬ 8:20 ਤੇ ਉਹ ਮਿਲਾਨ ਪਹੁੰਚੇਗੀ ਔਰ ਮਿਲਾਨ ਤੋਂ ਅਗਲੀ ਫਲਾਈਟ ਕਰੀਬ 12:30 ਚੱਲੇਗੀ ਔਰ ਸੇਮ ਡੇਟ ਹੀ ਆ 3:15 ਵਜੇ ਦੇ ਕਰੀਬ 3:30 ਵਜੇ ਦੇ ਉਹ, ਕਿਉਂਕਿ ਦਿਨ ਦਾ ਫਰਕ ਹੈ, ਟਾਈਮਿੰਗ ਦਾ ਫਰਕ ਹੈ, ਉੱਥੇ ਪਹੁੰਚੇ ਕਰੀਬ 19 ਘੰਟੇ ਦੀ ਫਲਾਈਟ ਇਹ ਬਣੇਗੀ ਟੋਟਲ ਜਿਹੜੀ ਹੈ। ਇਹ ਟੋਰਾਂਟੋ ਪਹੁੰਚੇਗੀ, ਫਿਰ ਟੋਰਾਂਟੋ ਤੋਂ ਵਾਪਸ ਜਿਹੜੀ ਹੈ ਇਹ 5 ਵਜੇ ਚੱਲੇਗੀ ਔਰ ਸ਼ੁੱਕਰਵਾਰ ਦੇ ਸਵੇਰ ਦੇ 6:00 ਤੇ ਇਹ ਮਿਲਾਨ ਪਹੁੰਚੇਗੀ। ਉੱਥੋਂ ਫਿਰ 10 ਵਜੇ ਚੱਲ ਕੇ 10:30 ਵਜੇ ਚੱਲ ਕੇ ਔਰ ਇਹ ਕਰੀਬ ਰਾਤ ਨੂੰ 9 ਵਜੇ ਦੇ ਕਰੀਬ ਜਿਹੜੀ ਹੈ ਇਹ ਅੰਮ੍ਰਿਤਸਰ ਪਹੁੰਚੇਗੀ ਸ਼ੁੱਕਰਵਾਰ ਨੂੰ। ਸੋ ਇਹ ਜਿਹੜੀ 에ਅਰਲਾਈਨ ਹੈ ਇਹਨਾਂ ਨੇ ਸਪਾਈਸ ਜੈਟ ਦੀ ਪਹਿਲਾਂ ਕਰੋਨਾ ਦੀ ਫਲਾਈਟ ਸਮੇਂ ਚੱਲੀ ਸੀ ਬਰਗਾਮੋ ਔਰ ਰੋਮ ਵਾਸਤੇ ਅੰਮ੍ਰਿਤਸਰ ਤੋਂ, ਔਰ ਉਹ ਕਾਮਯਾਬ ਫਲਾਈਟ ਹੋਈ ਸੀ, ਚਾਰਟਰਡ ਫਲਾਈਟ ਸੀ, ਉਹ ਸ਼ੈਡਿਊਲ ਫਲਾਈਟ ਹੋ ਗਈ। ਹੁਣ ਇਹ ਵੀ ਸ਼ੈਡਿਊਲ ਫਲਾਈਟ ਜਿਹੜੀ ਅੰਮ੍ਰਿਤਸਰ ਤੋਂ ਚੱਲੇਗੀ ਔਰ ਇਹ ਸਾਰਿਆਂ ਵਾਸਤੇ ਖੁਸ਼ਖਬਰੀ ਦੀ ਗੱਲ ਹੈ। ਔਰ ਉਹਦੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਪਿਛਲੇ ਸਮੇਂ 'ਚ ਸਾਡੇ ਰਾਘਵ ਚੱਡਾ ਜੀ ਨੇ ਇੱਕ ਬਿਆਨ ਦਿੱਤਾ ਸੀ ਅੰਮ੍ਰਿਤਸਰ ਤੋਂ ਲੰਡਨ ਲਈ ਨਵੀਆਂ ਫਲਾਈਟਾਂ ਸ਼ੁਰੂ ਹੋਣਗੀਆਂ, ਉਦੋਂ ਵੀ ਮੈਂ ਕਿਹਾ ਸੀ ਨਵੀਆਂ ਫਲਾਈਟਸ ਨਹੀਂ, ਫਲਾਈਟ ਤੇ ਪਹਿਲਾਂ ਵੀ ਅੰਮ੍ਰਿਤਸਰ ਚੱਲਦੀਆਂ ਨੇ, ਉਹ ਗੈਟਵਿਕ ਦੀ ਫਲਾਈਟ ਦਾ ਉਹਨਾਂ ਨੇ ਦੱਸਿਆ ਸੀ ਉਦੋਂ। ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅੰਮ੍ਰਿਤਸਰ ਤੋਂ ਹੀਥਰੋ 에ਅਰਪੋਰਟ ਤੇ ਫਲਾਈਟ ਜਾਣੀਆਂ ਚਾਹੀਦੀਆਂ ਨੇ, ਜ਼ਿਆਦਾਤਰ ਬਾਕੀ ਵੀ ਚਾਹੀਦੀਆਂ ਨੇ, ਪਰ ਸਾਡਾ ਫੋਕਸ ਇਸ ਗੱਲ ਤੇ ਰਿਹਾ ਕਿ 에ਅਰ ਇੰਡੀਆ ਹੀਥਰੋ ਜਾਵੇ। ਸੋ ਮੈਂ ਜਦੋਂ ਪੁਰੀ ਸਾਹਿਬ ਦਾ ਪਿੱਛੇ ਮਹਿਕਮਾ ਚੇਂਜ ਹੋਇਆ ਉਸ ਤੋਂ ਪਹਿਲਾਂ ਮੈਂ 3 ਮਹੀਨੇ ਇਹਨਾਂ ਕੋਲ ਮਿਲਿਆ ਸੀ ਔਰ ਉਦੋਂ ਮਿਲ ਕੇ ਅੰਮ੍ਰਿਤਸਰ ਹੀਥਰੋ ਫਲਾਈਟ ਚਲਾਈ ਸੀ ਔਰ ਉਹ ਸਕਸੈਸਫੁਲ ਫਲਾਈਟ ਹੋਈ, ਕਿਉਂਕਿ ਉੱਥੋਂ ਕਨੈਕਸ਼ਨ ਮਿਲ ਜਾਂਦੇ ਆ ਸਾਰੇ ਯੂਰਪ ਦੇ, ਅਮਰੀਕਾ, ਨਾਰਥ ਅਮਰੀਕਾ, ਸਾਊਥ ਅਮਰੀਕਾ ਦੇ, ਔਰ ਉਸ ਕਰਕੇ ਉਹ ਬਹੁਤ ਸਕਸੈਸਫੁਲ ਫਲਾਈਟ ਚੱਲਦੀ ਸੀ। ਪਰ ਹੁਣ ਕਿਸੇ ਕਾਰਨ ਕਰਕੇ, ਪਤਾ ਨਹੀਂ ਉਹਦਾ ਕੀ ਕਾਰਨ, ਹੁਣ ਕਾਰਨ ਦੇਖਾਂਗੇ, ਉਹਨਾਂ ਨੇ ਗੈਟਵਿਕ ਤੇ ਕਰ ਦਿੱਤੀ ਜਿਹੜੀ ਐਲਾਨ ਕਰ ਰਹੀ ਚੱਡਾ ਸਾਹਿਬ। ਉਹ ਹੁਣ ਮੇਰਾ ਇਹ ਕਹਿੰਦਾ ਕਿ ਸਾਨੂੰ ਘਾਟੇ ਦਾ ਸੌਦਾ ਹੋਇਆ। ਲੰਡਨ ਵਾਲਿਆਂ ਨੂੰ ਕੋਈ ਸ਼ੱਕ ਨਹੀਂ ਕਿ ਉਹ ਚਲੇ ਜਾਣਗੇ ਗੈਟਵਿਕ ਤੇ, ਪਰ ਜਿਹੜੀ ਅੱਗੇ ਕਨੈਕਟਡ ਫਲਾਈਟ ਲੋਕਾਂ ਨੂੰ ਮਿਲਦੀਆਂ ਸੀ ਉਹ ਘਟ ਗਿਆ। ਹੁਣ ਫਿਰ ਸਾਨੂੰ ਮਿਹਨਤ ਉਹਦੇ ਹੀਥਰੋ ਵਾਸਤੇ ਕਰਨੀ ਪੈਣੀ ਆ ਔਰ ਅੰਮ੍ਰਿਤਸਰ ਟੋਰਾਂਟੋ ਡਾਇਰੈਕਟ ਫਲਾਈਟ, ਅੰਮ੍ਰਿਤਸਰ ਵੈਨਕੂਵਰ ਡਾਇਰੈਕਟ ਫਲਾਈਟ ਕੈਨੇਡਾ ਦੀਆਂ ਔਰ ਅਮਰੀਕਾ ਵਾਸਤੇ ਜਿਹੜੇ ਡਾਇਰੈਕਟ ਆ, ਉਹ ਸਾਡੀ ਅਜੇ ਪ੍ਰਾਇੋਰਟੀ ਦੇ ਉੱਤੇ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਹੋਰ ਵੀ ਕਈ ਖੁਸ਼ਖਬਰੀਆਂ ਤੁਹਾਡੀਆਂ ਨਾਲ ਸਾਂਝੀ ਕਰਾਂਗੇ, ਪਰ ਜਿੰਨਾ ਚਿਰ ਪੁਖਤਾ ਜਾਣਕਾਰੀ ਮਿਲ ਨਹੀਂ ਜਾਂਦੀ ਉਹਨਾਂ ਚਿਰ ਮੈਂ ਸਮਝਦਾ ਕਿ ਅਧੂਰੀ ਖਬਰ ਦੇਣ ਦਾ ਕੋਈ ਫਾਇਦਾ ਨਹੀਂ। ਸੋ ਬਹੁਤ ਹੋਰ ਵੀ ਫਲਾਈਟ ਜਿਹੜੀਆਂ ਨੇ ਇੱਥੋਂ ਚੱਲਣਗੀਆਂ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਚੰਗੀ ਪਹਿਲ ਕਦਮੀ ਕਰਦੇ ਹੋਏ ਆਪਣੇ ਹਲਕੇ ਅਜਨਾਲਾ ਦੇ ਵਿੱਚ ਕੈਂਸਰ ਦੀ ਰੋਕਥਾਮ ਦੇ ਲਈ ਕੈਂਸਰ ਚੈੱਕਅਪ ਕੈਂਪ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ। 5 ਮਾਰਚ ਤੋਂ 12 ਮਾਰਚ ਤੱਕ ਕੁੱਲ 8 ਕੈਂਪ ਅਜਨਾਲਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਲਗਾਏ ਜਾਣਗੇ। ਇਸ ਦੇ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਖਿਆ ਗਿਆ ਹੈ ਕਿ ਆਮ ਲੋਕਾਂ ਦੀ ਸਹੂਲਤ ਦੇ ਲਈ, ਆਮ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਦੇ ਲਈ ਅਤੇ ਉਹਨਾਂ ਤੱਕ ਜਿਹੜੀਆਂ ਸਿਹਤ ਸਹੂਲਤਾਂ ਨੇ ਉਹ ਚੰਗੇ ਢੰਗ ਨਾਲ ਪਹੁੰਚਣ, ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਵੱਲੋਂ ਇਹ ਕੈਂਪ ਸ਼ੁਰੂ ਕੀਤੇ ਗਏ ਨੇ ਅਤੇ ਇਹਨਾਂ ਕੈਂਪਾਂ ਦੇ ਵਿੱਚ ਆਮ ਲੋਕਾਂ ਵੱਲੋਂ ਪਹੁੰਚ ਕੇ ਕੈਂਸਰ ਦਾ ਚੈੱਕਅਪ ਜਿਹੜਾ ਹੈ ਉਹ ਮੁਫਤ ਕਰਾਇਆ ਜਾ ਸਕਦਾ ਹੈ। ਇਸ ਮੌਕੇ ਤੇ 5 ਮਾਰਚ ਤੋਂ 12 ਮਾਰਚ ਤੱਕ ਕੁੱਲ 8 ਕੈਂਪ ਲੱਗਣੇ ਨੇ, ਜਿਨ੍ਹਾਂ ਦੀ ਜਾਣਕਾਰੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਦੀਪ ਸਿੰਘ ਧਾਲੀਵਾਲ, ਖੇਤੀਬਾੜੀ ਮੰਤਰੀ ਪੰਜਾਬ, ਆਪਣੇ ਅਜਨਾਲਾ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ, ਜਿਹੜਾ ਸਾਡਾ ਵਿਧਾਨ ਸਭਾ ਹਲਕਾ, ਅਸੀਂ ਇੱਕ ਕੋਸ਼ਿਸ਼ ਕੀਤੀ ਹੈ। ਅਸੀਂ ਪਹਿਲਾਂ ਵੀ ਕੈਂਪ ਲਾਏ ਸੀਗੇ,
ਪਰ ਸਨਮ ਕਾਲੋਂ ਆਸਟ੍ਰੇਲੀਆ ਤੋਂ ਸਾਡਾ ਭਰਾ ਆ, ਬਹੁਤ ਵਧੀਆ ਸਮਾਜ ਸੇਵੀ ਉਹ ਕੰਮ ਕਰਦੇ ਆ। ਉਹਨਾਂ ਨੇ ਵਰਲਡ ਕੈਂਸਰ ਕੇਅਰ ਜਿਹੜੀ ਆ ਉਹਦੇ ਸਹਿਯੋਗ ਦੇ ਨਾਲ ਅਸੀਂ ਅਜਨਾਲਾ ਵਿਧਾਨ ਸਭਾ ਦੇ ਵਿੱਚ 8 ਕੈਂਪ ਜਿਹੜੇ ਆ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਸਰ ਨੂੰ ਟੈਸਟ ਕਰਨ ਲਈ, ਕੈਂਸਰ ਦੇ ਟੈਸਟ ਕਰਾਉਣ ਲਈ ਅਸੀਂ ਉਹ ਕਰ ਰਹੇ। ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ, ਕਿਉਂਕਿ ਕੈਂਸਰ ਇੱਕ ਬੜੀ ਖਤਰਨਾਕ ਤੇ ਨਾਮੁਰਾਦ ਬਿਮਾਰੀ ਹੈ। ਜਿੱਦਾਂ ਭੈਣ ਭਰਾਵਾਂ ਨੇ ਟੈਸਟ ਕਰਾਉਣੇ ਆ ਉਹ ਇਹਨਾਂ ਕੈਂਪਾਂ ਦੇ ਵਿੱਚ ਜ਼ਰੂਰ ਪਹੁੰਚਣ। ਅਸੀਂ 5 ਤਰੀਕ ਨੂੰ ਪਹਿਲਾ ਕੈਂਪ ਜਿਹੜਾ ਅਜਨਾਲਾ ਸ਼ਹਿਰ ਦੇ ਵਿੱਚ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਲੜਕਿਆਂ ਦਾ ਨੇੜੇ ਬੱਸ ਸਟੈਂਡ ਅਜਨਾਲੇ, ਸਭ ਤੋਂ ਪਹਿਲਾਂ ਅਸੀਂ ਉੱਥੇ ਸ਼ੁਰੂ ਕਰਾਂਗੇ। ਉੱਥੇ ਉਦੋਂ ਇਹਨਾਂ ਕੈਂਪਾਂ ਦਾ ਅਸੀਂ ਉਦਘਾਟਨ ਕਰਾਂਗੇ। ਉਸ ਤੋਂ ਬਾਅਦ 6 ਮਾਰਚ ਨੂੰ ਦੂਸਰਾ ਜਿਹੜਾ ਸ਼ਿਵ ਮੰਦਰ ਅਜਨਾਲਾ ਦੇ ਵਿੱਚ ਕਰਾਂਗੇ। 2 ਅਸੀਂ ਇਹ ਸ਼ਹਿਰ ਦੇ ਵਿੱਚ ਕਰਾਂਗੇ ਔਰ 7 ਮਾਰਚ ਨੂੰ ਅਸੀਂ ਗੁਰੂ ਕਾ ਬਾਗ ਗੁਰਦੁਆਰਾ ਦੇ ਵਿੱਚ ਇਹ ਕੈਂਪ ਜਿਹੜਾ ਲਾਵਾਂਗੇ। 8 ਮਾਰਚ ਨੂੰ ਅਸੀਂ ਜਿਹੜਾ ਬਾਬਾ ਗਮਚੁਕ ਜੀ ਦਾ ਗੁਰੂ ਘਰ ਬੱਲਰਵਾ ਉੱਥੇ ਲਾਵਾਂਗੇ ਔਰ 9 ਮਾਰਚ ਨੂੰ ਬਾਬਾ ਜੀਵਨ ਸਿੰਘ ਜੀ ਦਾ ਗੁਰੂ ਘਰ ਗੱਗੋਮਾਲ ਅਸੀਂ ਉੱਥੇ ਕੈਂਪ ਲਾਵਾਂਗੇ। 10 ਮਾਰਚ ਨੂੰ ਥੋਬਾ ਜਿਹੜਾ ਗੁਰਦੁਆਰਾ ਚੜ੍ਹਦੀ ਬੱਤੀ ਹੈ ਉੱਥੇ ਇਹ ਕੈਂਪ ਜਿਹੜਾ ਆਪਾਂ ਲਾਵਾਂਗੇ ਔਰ 11 ਮਾਰਚ ਨੂੰ ਬਲ ਬਾਵਾ ਮੰਦਿਰ ਦੇ ਵਿੱਚ ਇੱਕ ਕੈਂਪ ਅਸੀਂ ਲਾਉਣਾ ਔਰ 12 ਮਾਰਚ ਨੂੰ ਅਸੀਂ ਰਮਦਾਸ ਬਾਬਾ ਬੁੱਢਾ ਜੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹ ਕੈਂਪ ਜਿਹੜੇ ਲਾਉਣੇ ਆ। 8 ਕੈਂਪ ਲਾਉਣੇ ਆ। ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਆਪ ਦਾ, ਆਪਣੀਆਂ ਮਾਵਾਂ ਦਾ, ਭੈਣਾਂ ਦਾ, ਆਪਣੇ ਪਿਤਾ ਦਾ, ਭਰਾਵਾਂ ਦਾ, ਸਭ ਪਰਿਵਾਰ ਦੇ ਮੈਂਬਰਾਂ ਦਾ ਇਹ ਜਿਹੜੇ ਟੈਸਟ ਆ ਇਹ ਫ੍ਰੀ ਹੋਣੇ ਆ। ਤੁਸੀਂ ਸਭ ਆਓ, ਸਾਰੀ ਦਿਹਾੜੀ ਇਹ ਕੈਂਪ ਜਿਹੜਾ ਲੱਗੂਗਾ। ਅਸੀਂ ਜਿਹੜਾ ਪਹਿਲੇ ਦਿਨ 10 ਵਜੇ ਇਹ ਕੈਂਪ ਨੂੰ ਜਿਹੜਾ ਅਸੀਂ ਸਟਾਰਟ ਕਰਨਾ। ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਕੈਂਪ ਦੇ ਵਿੱਚ ਆ ਕੇ ਇਹਨਾਂ ਭਰਾਵਾਂ ਵੱਲੋਂ ਲਾਇਆ ਜਾ ਰਿਹਾ ਕੈਂਪ ਜਿਹੜਾ ਸਾਡੇ ਸਹਿਯੋਗ ਦੇ ਨਾਲ ਜਿਹੜੇ ਕੈਂਪ ਲਵਾਏ ਜਾ ਰਹੇ ਉਹਦਾ ਤੁਸੀਂ ਤੇ ਤੁਹਾਡਾ ਪਰਿਵਾਰ ਇਹਦਾ ਫਾਇਦਾ ਲੈ ਸਕੇ। ਮੈਂ ਇਹੀ ਤੁਹਾਨੂੰ ਬੇਨਤੀ ਕਰਨੀ ਸੀ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅਜਨਾਲਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਔਰ ਸਾਰੇ ਅਜਨਾਲਾ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ 8 ਕੈਂਪਾਂ ਦਾ ਵੱਧ ਤੋਂ ਵੱਧ ਜਿਹੜੇ ਟੈਸਟ ਕਰਾ ਕੇ ਫਾਇਦਾ ਉਠਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈਬਲ ਕਲਾਂ ਇਨਸਾਫ ਮੋਰਚੇ ਤੇ ਅੱਜ 11 ਵਜੇ ਸ਼ੁਕਰਾਨਾ ਸਮਾਗਮ ਦੀ ਸ਼ੁਰੂਆਤ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੀ 2 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਸਨ ਅਤੇ ਅੱਜ ਭੋਗ ਉਪਰੰਤ ਸ਼ੁਕਰਾਨਾ ਸਮਾਗਮ ਸਜਣਗੇ। ਇਸ ਦੇ ਬਾਬਤ ਜਾਣਕਾਰੀ ਦਿੰਦੇ ਹੋਏ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਆਖਿਆ ਗਿਆ ਕਿ ਲੰਬੇ ਸਮੇਂ ਤੋਂ ਕੀਤੀ ਗਈ ਜੱਦੋ ਜ਼ਹਿਦ ਤੋਂ ਬਾਅਦ ਇੱਕ ਜਿੱਤ ਸਿੱਖ ਸੰਗਤ ਨੂੰ ਪ੍ਰਾਪਤ ਹੋਈ ਹੈ। ਜਦ ਵਿਸ਼ੇਸ਼ ਜਾਂਚ ਟੀਮ ਵੱਲੋਂ ਦਾਇਰ ਕੀਤੀ ਗਈ ਚਲਾਨ ਰਿਪੋਰਟ ਦੇ ਵਿੱਚ ਕੋਟਪੁਰਾ ਗੋਲੀकांड ਮਾਮਲੇ ਦੇ ਮੁੱਖ ਦੋਸ਼ੀਆਂ ਦੇ ਨਾਮ ਨਾਮਜ਼ਦ ਕੀਤੇ ਗਏ ਨੇ। ਉਹਨਾਂ ਵੱਲੋਂ ਆਖਿਆ ਗਿਆ ਕਿ ਇਸ ਸੰਘਰਸ਼ ਦੇ ਦੌਰਾਨ ਸਿੱਖ ਸੰਗਤ ਵੱਲੋਂ ਕੀਤੀ ਗਈ ਸ਼ਮੂਲੀਅਤ, ਉਹਨਾਂ ਵੱਲੋਂ ਦਿੱਤੇ ਗਏ ਸਾਥ ਦਾ ਸ਼ੁਕਰਾਨਾ ਇਸ ਸ਼ੁਕਰਾਨਾ ਸਮਾਗਮ ਦੇ ਦੌਰਾਨ ਕੀਤਾ ਜਾਵੇਗਾ। ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਕੱਲ ਭਾਵਗੀ 5 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਕੇਸਰੀ ਮਾਰਚ ਵੀ ਕੀਤਾ ਜਾਵੇਗਾ ਤੇ ਉੱਥੇ ਜਾ ਕੇ ਸ਼ੁਕਰਾਨਾ ਅਰਦਾਸ ਕੀਤੀ ਜਾਵੇਗੀ। ਉਹਨਾਂ ਵੱਲੋਂ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅੱਜ ਦੇ ਅਤੇ ਕੱਲ ਦੇ ਜੋ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਅਤੇ ਬਾਈਬਲ ਕਲਾਂ ਇਨਸਾਫ ਮੋਰਚੇ ਨੂੰ ਲੈ ਕੇ ਅਗਲੀ ਰਣਨੀਤੀ ਜੋ ਉਲੀਕਣੀ ਹੈ ਉਹ ਸਿੱਖ ਸੰਗਤ ਦੀ ਸਾਂਝੀ ਰਾਏ ਦੇ ਨਾਲ ਬਣਾਈ ਜਾਵੇਗੀ। ਇੱਥੇ ਦੱਸਦੀ ਕਿ ਇਸ ਤੋਂ ਪਹਿਲਾਂ ਇਹ ਵੀ ਜਿਹੜੀ ਖਬਰ ਚੱਲ ਰਹੀ ਸੀ, ਜਾਰੀ ਕੀਤੀ ਜਾ ਰਹੀ ਸੀ ਕਿ ਬਾਈਬਲ ਕਲਾਂ ਇਨਸਾਫ ਮੋਰਚੇ ਨੂੰ ਹੁਣ ਸਮਾਪਤ ਕਰ ਦਿੱਤਾ ਜਾਵੇਗਾ, ਪਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਸਥਿਤੀ ਸਪਸ਼ਟ ਕਰਦੇ ਹੋਏ ਆਖਿਆ ਗਿਆ ਕਿ ਇਸ ਬਾਈਬਲ ਕਲਾਂ ਇਨਸਾਫ ਮੋਰਚੇ ਨੂੰ ਖਤਮ ਕਰਨ ਦਾ ਕੋਈ ਵੀ ਹਜੇ ਫੈਸਲਾ ਨਹੀਂ ਕੀਤਾ ਗਿਆ। ਸ਼ੁਕਰਾਨੇ ਦੇ ਲਈ ਇਹ ਸ਼ੁਕਰਾਨਾ ਸਮਾਗਮ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸ਼ੁਕਰਾਨਾ ਅਰਦਾਸ ਕੀਤੀ ਜਾਣੀ ਹੈ। ਪਰ ਬਾਈਬਲ ਕਲਾਂ ਇਨਸਾਫ ਮੋਰਚੇ ਦੀ ਅਗਲੀ ਰਣਨੀਤੀ ਕੀ ਹੋਵੇਗੀ, ਕਿਸ ਤਰ੍ਹਾਂ ਇਸ ਦਾ ਅਗਲਾ ਰੁਖ ਹੋਵੇਗਾ, ਉਸ ਨੂੰ ਲੈ ਕੇ 5 ਮਾਰਚ ਨੂੰ ਜਿਹੜੀ ਅਗਲੀ ਰਣਨੀਤੀ ਹੈ ਸਿੱਖ ਸੰਗਤ ਅਤੇ ਸਮੂਹ ਸਿੱਖ ਕਾਰਕੁਨਾਂ ਦੇ ਸਹਿਯੋਗ ਦੇ ਨਾਲ ਉਲੀਕੀ ਜਾਵੇਗੀ। ਜ਼ਿਕਰਯੋਗ ਹੈ ਕਿ ਐਲਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਪੁਰਾ ਗੋਲੀकांड ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅਤੇ
ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਨਾਮ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਬਹਿਬਲ ਕਲਾਂ ਇਨਸਾਫ ਮੋਰਚੇ ਤੇ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕੁਝ ਰਾਹਤ ਦਾ ਪ੍ਰਗਟਾਵਾ ਕੀਤਾ ਗਿਆ ਸੀ, ਪਰ ਇਸ ਮੌਕੇ ਤੇ ਜੋ ਵੱਖ-ਵੱਖ ਮੁੱਦੇ ਹਜੇ ਵੀ ਜਾਰੀ ਨੇ, ਜਿਸ ਦੇ ਵਿੱਚ ਖਾਸ ਤੌਰ ਤੇ ਜੋ ਬੇਅਦਬੀ ਕਾਂਡ ਮਾਮਲਾ ਹੈ ਉਸ ਦੇ 3 ਕੇਸਾਂ ਨੂੰ ਪੰਜਾਬ ਤੋਂ ਛੱਡ ਕੇ ਚੰਡੀਗੜ੍ਹ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਉਸ ਨੂੰ ਲੈ ਕੇ ਵੀ ਮੰਗਾਂ ਬਾਕੀ ਨੇ, ਜਿਸ ਨੂੰ ਲੈ ਕੇ 5 ਮਾਰਚ ਨੂੰ ਬਹਿਬਲ ਕਲਾਂ ਇਨਸਾਫ ਮੋਰਚੇ ਵੱਲੋਂ ਅਗਲੀ ਰਣਨੀਤੀ ਦੇ ਵਿੱਚ ਆਪਣੇ ਕਦਮਾਂ ਦੇ ਬਾਬਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਤੇ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਸਿੱਖ ਸੰਗਤ ਨੂੰ ਇਹਨਾਂ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਮੇਰੇ ਨਾਲ ਛੋਟਾ ਵੀਰਾ ਅਜੀਤ ਸਿੰਘ ਜਿਹੜਾ ਕੋਟਕਪੂਰੇ ਦੇ ਵਿੱਚ ਜ਼ਖਮੀ ਹੋਇਆ ਸੀਗਾ, ਉਹ ਦਿਖਾਉਣ ਦਾ ਇੱਕ ਇਕਲੌਤਾ ਗਵਾਹ ਵੀ ਹੈ ਜਿਹਦੇ ਬਿਆਨਾਂ ਤੇ FIR ਵੀ ਹੁੰਦੀ ਹੈ। ਤੇ ਅੱਜ ਉਸ ਜਾਂਚ ਦੇ ਉਸ ਕਾਂਡ ਦੇ ਜਿਹੜੇ ਕਰਤਾ ਧਰਤਾ ਨੇ, ਉਸ ਕਾਂਡ ਦੇ ਮੁੱਖ ਮੁਲਜ਼ਮਾਂ ਦੇ ਤੌਰ ਤੇ ਨਾਮਜ਼ਦ ਕੀਤੇ ਹੋਏ ਬੰਦੇ ਅਦਾਲਤ ਦੇ ਟੇਬਲਾਂ ਦੇ ਵਿੱਚ ਨੇ, ਉਹਨਾਂ ਕੋਰਟਾਂ ਦੀਆਂ ਟੇਬਲਾਂ ਦੇ ਵਿੱਚ ਨੇ। ਤੇ ਸਾਡਾ ਸਾਰਿਆਂ ਦਾ ਅਗਲਾ ਫਰਜ਼ ਇਹ ਬਣਦਾ ਹੈ ਕਿ ਅਸੀਂ ਅਦਾਲਤੀ ਕਾਰਵਾਈ ਨੂੰ ਵੀ ਵੱਡੇ ਪੱਧਰ ਤੇ, ਜਿਵੇਂ ਆਪਾਂ ਇਸ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਆ, ਸੰਗਤਾਂ ਦਾ 16 ਦਸੰਬਰ 2021 ਤੋਂ ਵੱਡਾ ਸਹਿਯੋਗ ਰਿਹਾ ਤੇ ਅੱਜ ਉਹਨਾਂ ਸੰਗਤਾਂ ਦੀ ਜਿੱਤ ਹੋਈ ਹੈ। ਅੱਜ ਉਹਨਾਂ ਦੇ ਸੰਗਤਾਂ ਦੇ ਸੰਘਰਸ਼ ਨੂੰ ਬੂਰ ਪਿਆ, ਜਿਹਦੇ ਸਬੰਧ ਵਿੱਚ ਇਨਸਾਫ ਮੋਰਚੇ ਵੱਲੋਂ ਇੱਕ ਸੰਗਤਾਂ ਦਾ ਸ਼ੁਕਰਾਨਾ ਸਮਾਗਮ ਰੱਖਿਆ ਗਿਆ। ਸ਼ੁਕਰਾਨਾ ਸਮਾਗਮ 4 ਮਾਰਚ ਦਿਨ ਸ਼ਨੀਵਾਰ ਨੂੰ ਬਹਿਬਲ ਕਲਾਂ ਵਿਖੇ ਹੋਵੇਗਾ ਤੇ ਉਸ ਤੋਂ ਅਗਲੇ ਦਿਨ ਕੇਸਰੀ ਮਾਰਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੱਡੀਆਂ ਦੇ ਕਾਫਲੇ ਦੇ ਰੂਪ ਦੇ ਵਿੱਚ ਰਵਾਨਾ ਹੋਊਗਾ। ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਵੱਡੇ ਪੱਧਰ ਤੇ, ਕਿਉਂਕਿ ਪਹਿਲੇ ਦਿਨ ਜਦੋਂ ਇੱਥੇ ਅਰਦਾਸ ਬੇਨਤੀ ਹੋਈ ਸੀ ਤਾਂ ਉਸ ਅਰਦਾਸ ਬੇਨਤੀ ਦੇ ਵਿੱਚ ਗੁਰੂ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਸੀ ਕਿ ਇਸ ਅਰਦਾਸ ਬੇਨਤੀ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਗੁਰੂ ਸਾਹਿਬ ਜਿਸ ਦਿਨ ਇਹਨਾਂ ਦੋਨਾਂ ਕੇਸਾਂ ਦੇ ਸਾਜ਼ਿਸ਼ ਕਰਤਾ ਸੰਗਤਾਂ ਦੇ ਸਾਹਮਣੇ ਹੋਣਗੇ, ਇਹਨਾਂ ਕੋਰਟਾਂ ਦੀਆਂ ਕਚਹਿਰੀਆਂ ਦੀਆਂ ਅਦਾਲਤਾਂ ਦੇ ਵਿੱਚ ਹੋਣਗੇ, ਪੇਪਰਾਂ ਦੇ ਵਿੱਚ ਹੋਣਗੇ, ਤਾਂ ਉਸ ਦਿਨ ਗੁਰੂ ਸਾਹਿਬ ਦਾ ਸ਼ੁਕਰਾਨਾ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਾਂਗੇ। ਉੱਥੇ ਜਾ ਕੇ, ਕਿਉਂਕਿ ਸਾਡੇ ਸਿੱਖਾਂ ਦਾ ਧੁਰਾ ਹੈ, ਸਾਡੀ ਆਪਦੀ ਸੁਪਰੀਮ ਕੋਰਟ ਅਕਾਲ ਤਖਤ ਸਾਹਿਬ, ਤਾਂ ਅਸੀਂ ਉੱਥੇ ਜਾ ਕੇ ਜਿਹੜਾ ਨਤਮਸਤਕ ਹੋਵਾਂਗੇ ਸੰਗਤੀ ਰੂਪ ਦੇ ਵਿੱਚ, ਤੇ ਉਸ ਤੋਂ ਬਾਅਦ ਹੀ ਨਿੱਜੀ ਕੰਮਾਂ ਕਾਰਾਂ ਦੇ ਵਿੱਚ ਜਿਹੜਾ ਵਿਚਰਿਆ ਜਾਊਗਾ। ਸੋ ਗੁਰੂ ਸਾਹਿਬ ਨੇ ਅਰਦਾਸ ਪੂਰੀ ਕੀਤੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ। ਇਹ ਸਾਰਾ ਲੰਮਾ ਸਮਾਂ ਸੰਘਰਸ਼ ਚੱਲਿਆ, ਉਸ ਸੰਘਰਸ਼ ਦੇ ਵਿੱਚ ਸਾਰਿਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹਨਾਂ ਦੇ ਸ਼ੁਕਰਾਨੇ ਦੀ ਅਰਦਾਸ। ਅਤੇ ਕੇਸਰੀ ਮਾਰਚ 5 ਤਰੀਕ ਦਿਨ ਐਤਵਾਰ ਨੂੰ ਬਹਿਬਲ ਕਲਾਂ ਤੋਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਰਵਾਨਾ ਹੋਊਗਾ। ਤੁਸੀਂ ਸਾਰਿਆਂ ਨੇ ਵੱਧ ਚੜ ਕੇ 4 ਤਰੀਕ ਦਿਨ ਸ਼ਨੀਵਾਰ ਬਹਿਬਲ ਕਲਾਂ ਵਿਖੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਅਤੇ ਉਸ ਤੋਂ ਬਾਅਦ ਅਗਲੇ ਦਿਨ ਗੱਡੀਆਂ ਆਪਣੇ ਸਾਧਨਾਂ ਦੇ ਉੱਪਰ ਅਕਾਲ ਤਖਤ ਸਾਹਿਬ ਨੂੰ ਆਪਾਂ ਰਵਾਨਾ ਹੋਣਾ ਸੰਗਤੀ ਰੂਪ ਦੇ ਵਿੱਚ। ਤੇ ਅਗਲੇ ਸੰਘਰਸ਼ ਦੇ ਲਈ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ, ਸਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ, ਅਸੀਂ ਉਹ ਅਰਦਾਸ ਬੇਨਤੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਨੀ ਹੈ। ਅੱਜ ਦੇ ਖਾਸ ਖਬਰਸਾਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਲੈ ਕੇ ਪੰਜਾਬ ਦੀਆਂ ਤਾਜ਼ਾ ਅਤੇ ਅਹਿਮ ਖਬਰਾਂ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।